ਕਰਨਵੀਰ ਉੱਪਲ ਲਿਖਦੇ ਨੇ ਕਿ ਮੁਰਦਿਆਂ ਦੇ ਸ਼ਹਿਰ ਵਿੱਚ ਇਨਕਲਾਬ ਨਹੀਂ ਆਉਂਦੇ, ਹੱਕ ਮੰਗਣ ਵਾਲਿਆਂ ਲਈ ਗੁਲਾਬ ਨਹੀਂ ਆਉਂਦੇ, ਜੇਲਾਂ ਤੇ ਫਾਂਸੀਆਂ ਹੀ ਬਣੀਆਂ ਉਹਨਾਂ ਲਈ ਜਿਨ੍ਹਾਂ ਨੂੰ ਜ਼ਿੰਦਗੀ ਦੇ ख्वाब नहीं आउंदे। ਇਹ ਝੰਡੇ ਕਿਰਸਾਨੀ ਦੇ ਲਿਬੜੇ ਨੇ ਲਹੂਆਂ ਨਾਲ ਕਿਉਂਕਿ ਅਣਖਾਂ ਨੂੰ ਬੁਜ਼ਦਲੀ ਦੇ ਰਾਗ ਨਹੀਂ ਆਉਂਦੇ। ਟੁੱਟ ਜਾਣਾ ਏ ਹਾਕਮਾਂ ਤੇਰਾ ਵੀ ਗਰੂਰ ਜਦੋਂ ਕੌਮਾਂ ਜਾਗ ਪੈਣ ਫਿਰ ਜਵਾਬ नहीं आउंदे। सत श्री अकाल जी। द खालस टीवी देखने वाले साढ़े सारे दर्शकों का बहुत बहुत स्वागत है। प्राइम टाइम के नाल मैं हरशरण कौर। ਅੱਜ ਦੀਆਂ ਖਬਰਾਂ ਦੇ ਵਿਸਥਾਰ ਵਿੱਚ ਪਹਿਲਾਂ ਤੁਹਾਨੂੰ ਪੰਜਾਬ ਦੀਆਂ ਖਾਸ ਖਬਰਾਂ ਦੱਸਾਂਗੇ ਤੇ ਉਸ ਤੋਂ ਵੀ ਪਹਿਲਾਂ ਤੁਹਾਨੂੰ ਮੌਸਮ ਦੀ ਗੱਲ ਦੱਸਦੇ ਹਾਂ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ 12 ਸਤੰਬਰ ਤੱਕ ਪੰਜਾਬ, ਹਰਿਆਣਾ ਸਮੇਤ ਦਿੱਲੀ ਤੇ ਹੋਰ ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ। एक दिन पहला गुरु की नगरी अमृतसर शुक्रवार नूं जलथल हो गई सी। पूरे 8 घंटे लगातार मीह पिया सी। दरबार साहिब परिसर दे विच भी पानी जमा हो गया सी ते सड़कां दे उत्ते तां कई फुट पानी जमा हो गया सी। लोग वाहनां समेत रुड़दे भी वेखे गए। ਤੇ ਜੇ ਦਿੱਲੀ ਦੀ ਗੱਲ ਕਰ ਲਈਏ ਤਾਂ ਸ਼ਨੀਵਾਰ ਨੂੰ ਦਿੱਲੀ ਹੈ ਜਿਹੜੀ ਉਹ ਜਲਥਲ ਹੋ ਗਈ ਹੈ। ਦਿੱਲੀ 'ਚ ਇੰਨਾ ਮੀਂਹ ਪਿਆ ਕਿ ਹਵਾਈ ਅੱਡਾ ਵੀ ਪਾਣੀ ਹੋ ਗਿਆ ਤੇ ਲੋਕ ਦਿੱਲੀ ਦੀਆਂ ਸੜਕਾਂ ਤੇ ਬੋਟਿੰਗ ਕਰਦੇ ਨਜ਼ਰ ਆਏ। ਦਿੱਲੀ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਸੜਕਾਂ ਤੇ ਪਾਣੀ ਲੋਕਾਂ ਦੇ ਗੋਡਿਆਂ ਤੋਂ ਵੀ ਉੱਤੇ ਤੱਕ ਖੜਾ ਹੋ ਗਿਆ। ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਈ ਦਿਲਚਸਪ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ। ਇੱਕ ਵੀਡੀਓ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਜਿਹਦੇ ਵਿੱਚ ਇੱਕ सरदार नौजवान बेड़ी दे उत्ते बैठ के यानी कि किश्ती दे उत्ते बह के दिल्ली दे मुख मंत्री अरविंद केजरीवाल दा धन्नवाद करते नजर आए। इस नौजवान ने केजरीवाल नूं एक तरीके दे नाल लानत ही पाई है क्योंकि मीह करके सड़कां ते पानी बहुत जमा हो गया सी ते इस किश्ती दे विच तैरदे हुए नौजवान ने केजरीवाल नूं कहा कि इस वारी मेरा ऋषिकेश जाके बोटिंग करन दा बहुत मन सी पर केजरीवाल जी दा बहुत धन्नवाद करदे हां कि इह सुपना साडा दिल्ली दे विच ही पूरा हो गया ते दिल्ली दे विच असीं बोटिंग कर रहे हां। मीह दे पानी दे विच तुसीं देख सकदे हो इस नौजवान नूं इन्ना ज़्यादा पानी है कि इत्थे बोटिंग हो पा रही है। देखिए, इस सीजन में मेरा बहुत मन था कि ऋषिकेश राफ्टिंग के लिए जाने का, लेकिन किसी कारणवश कोरोना के कारण और लगातार लॉकडाउन के कारण मैं जा नहीं पाया। मैं दिल्ली के मुख्यमंत्री अरविंद केजरीवाल जी का धन्यवाद करता हूँ जिन्होंने दिल्ली के कोने कोने में राफ्टिंग का प्रबंध कर दिया है। अरविंद केजरीवाल जी से आग्रह करता हूँ कि जिस तरीके से वो हर बोर्ड लगाते हैं ये भी पूरी दिल्ली में बोर्ड लगाए। और अरविंद केजरीवाल जी को कहना चाहता हूँ, केजरीवाल जी मौज कर दी। सो ये तो दिल्ली ਦੀਆਂ ਸੜਕਾਂ ਦੇ ਹਾਲਾਤ ਤੁਸੀਂ ਦੇਖੇ। ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਦਿੱਲੀ ਦਾ ਹਵਾਈ ਅੱਡਾ। ਕੌਮਾਂਤਰੀ ਇੰਟਰਨੈਸ਼ਨਲ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੇ ਵੀ ਗੋਡਿਆਂ ਤੱਕ ਪਾਣੀ ਕਹਿੰਦੇ ਭਰ ਗਿਆ ਸੀ। ਮੀਂਹ ਦਾ ਪਾਣੀ ਟਰਮੀਨਲ ਦੇ ਅੰਦਰ ਤੱਕ ਪਹੁੰਚ ਗਿਆ ਸੀ। ਇਹ ਤਸਵੀਰਾਂ ਤੁਸੀਂ ਬਾਕਾਇਦਾ ਦੇਖ ਸਕਦੇ ਹੋ ਜਿਹਦੇ ਕਾਰਨ ਲੋਕਾਂ ਤੇ ਹਵਾਈ ਅੱਡਾ ਕਰਮਚਾਰੀਆਂ ਦੋਵਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਬਾਅਦ ਵਿੱਚ ਪ੍ਰਸ਼ਾਸਨ ਨੇ ਹੁਣ ਸਭ ਕੁਝ ਠੀਕ ਹੋਣ ਦਾ ਦਾਅਵਾ ਕੀਤਾ ਹੈ ਤੇ ਪਾਣੀ 에ਅਰਪੋਰਟ ਤੋਂ ਕੱਢ ਦਿੱਤਾ ਗਿਆ ਹੈ ਤੇ ਵਾਈਪਰ ਜਿਹੜੇ ਮਾਰੇ ਗਏ ਨੇ ਉਹਨਾਂ ਦੇ ਨਿਸ਼ਾਨ ਵੀ ਦੇਖੇ ਜਾ ਸਕਦੇ ਨੇ। 에ਅਰਪੋਰਟ ਦਾ ਜਿਹੜਾ ਫਰਸ਼ ਹੈ ਗਿੱਲਾ ਜਿਹੜਾ ਉਹ ਦੇਖਿਆ ਜਾ ਸਕਦਾ ਹੈ ਤੇ ਇੱਥੇ ਵੀ ਲੋਕਾਂ ਨੇ ਕਾਫੀ ਜਿਹੜੇ ਮਜ਼ੇ ਲਏ ਨੇ। ਟਵਿੱਟਰ ਦੇ ਉੱਤੇ ਇੱਕ ਜਣੇ ਨੇ ਟਵਿੱਟਰ ਅਕਾਊਂਟ ਤੇ ਦਿੱਲੀ 에ਅਰਪੋਰਟ ਵਿੱਚ ਭਰੇ ਪਾਣੀ ਦੀ ਵੀਡੀਓ ਸਾਂਝੀ ਕਰਦਿਆਂ ਕੇਜਰੀਵਾਲ ਸਾਹਿਬ ਨੂੰ ਲਿਖਿਆ ਹੈ ਕਿ ਤੁਸੀਂ ਆਪਣੇ ਪੈਰਾਂ ਤੇ ਪਾਣੀ ਦੀਆਂ ਲਹਿਰਾਂ ਨੂੰ ਮਹਿਸੂਸ ਕਰਨ ਦੇ ਲਈ ਗੋਆ ਜਾਂਦੇ ਹੋ पर मैं ਇਹਦੇ ਲਈ ਦਿੱਲੀ 에ਅਰਪੋਰਟ ਤੇ ਜਾਣਾ ਅਸੀਂ ਇੱਕੋ ਜਿਹੇ ਨਹੀਂ ਹਾਂ। ਇੱਕ ਹੋਰ ਜਣੇ ਨੇ ਲਿਖਿਆ ਹੈ ਸਵਾਲ ਪੁੱਛਿਆ ਕਿ ਕੀ ਇਹ ਦਿੱਲੀ 에ਅਰਪੋਰਟ ਹੈ ਜਾਂ ਫਿਰ ਦਿੱਲੀ ਸੀ ਪੋਰਟ ਯਾਨੀ ਕਿ ਦਿੱਲੀ ਦਾ ਸਾਗਰ ਤੇ ਕਿਸੇ ਹੋਰ ਨੇ ਇਹਦਾ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਨਾ ਇਹ ਦਿੱਲੀ 에ਅਰਪੋਰਟ ਹੈ ਨਾ ਇਹ ਦਿੱਲੀ ਸੀ ਪੋਰਟ ਹੈ, ਇਹ ਇੱਕ ਮਲਟੀਪਰਪਸ ਪੋਰਟ ਹੈ ਜੋ ਮੌਸਮ ਦੇ ਮੁਤਾਬਿਕ ਆਪਣੇ ਫੰਕਸ਼ਨ ਕਰਦਾ ਹੈ। ਸੋ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿਸ ਤੇ ਲੋਕ ਬੜੀ ਜਲਦੀ ਐਕਟਿਵ ਹੋ ਜਾਂਦੇ ਨੇ ਤੇ ਤੁਰੰਤ ਹੋਈਆਂ ਚੀਜ਼ਾਂ ਜਿਹੜੀਆਂ ਬਹੁਤ ਜਲਦੀ ਵਾਇਰਲ ਵੀ ਹੋ ਜਾਂਦੀਆਂ ਨੇ ਜਿਹੜੀਆਂ ਸਿਸਟਮ ਦਾ ਮਜ਼ਾਕ ਉਡਾਉਂਦੀਆਂ ਨੇ ਕਿਉਂਕਿ ਸਿਸਟਮ ਹੈ ਹੀ ਇਹੋ ਜਿਹਾ ਬਣਿਆ ਹੋਇਆ ਕਿ ਉਸ ਦਾ ਮਜ਼ਾਕ ਬਣਦਾ ਹੀ ਰਹਿੰਦਾ ਹੈ। ਜਦੋਂ ਜਿਹੜੇ ਸਿਆਸੀ ਲੀਡਰ ਨੇ ਉਹ ਮਹਿਲਾਂ ਦੇ ਵਿੱਚ ਬਹਿ ਕੇ ਤੇ ਅੱਜ ਕੱਲ੍ਹ ਤਾਂ ਆਨਲਾਈਨ ਪ੍ਰੈਸ ਕਾਨਫਰੰਸਾਂ ਕਰਦੇ ਦੇਖੇ ਜਾਂਦੇ ਨੇ ਤੇ ਵੱਡੇ ਦਾਅਵੇ ਕਰਦੇ ਨੇ ਉਹ ਗੱਜ ਕੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੁੰਦੇ ਨੇ ਪਰ ਹਕੀਕਤ ਇਹ ਹੈ ਜੋ ਆਪਾਂ ਦੇਖ ਰਹੇ ਹਾਂ। एक जरूरी खबर ਅਸੀਂ ਤੁਹਾਨੂੰ ਹਿਮਾਚਲ ਪ੍ਰਦੇਸ਼ ਤੋਂ ਦੱਸ ਦਿੰਨੇ ਆ। ਜਿਹੜੇ ਲੋਕਾਂ ਨੂੰ ਘੁੰਮਣ ਫਿਰਨ ਦਾ ਸ਼ੌਂਕ ਹੈ ਉਹਨਾਂ ਦੇ ਲਈ ਹੈ ਜਿਹੜੇ ਪਹਾੜਾਂ ਦੇ ਵਿੱਚ ਘੁੰਮਣ ਜਾਂਦੇ ਨੇ ਖਾਸ ਤੌਰ ਤੇ ਉਹਨਾਂ ਦੇ ਲਈ ਚਿੰਤਾ ਵਾਲੀ ਖਬਰ ਹੈ ਕਿ ਲਾਹੌਲ ਸਪੀਤੀ ਜ਼ਿਲ੍ਹੇ ਦੇ ਵਿੱਚ ਦਾਖਲ ਹੋਣ ਵਾਲੇ ਸਾਰੇ ਸੈਲਾਨੀਆਂ ਨੂੰ ਹੁਣ ਟੈਕਸ ਦੇਣਾ ਪਏਗਾ। ਇਹ ਵੱਡੀ ਖਬਰ ਹੈ। ਕਿਲੋਂਗ ਦੀ ਐਸਡੀਐਮ ਪ੍ਰਿਆ ਨਾਗਰਾ ਨੇ ਦੱਸਿਆ ਕਿ ਵਿਸ਼ੇਸ਼ ਖੇਤਰ ਵਿਕਾਸ ਅਥਾਰਟੀ ਯਾਨੀ ਕਿ SADA ਵੱਲੋਂ ਰੋਹਤਾਂਗ ਦੀ
अटल सुरंग ਦੇ ਨੇੜੇ ਲਾਹੌਲ ਦੇ ਸਿੱਸੂ ਵਿਖੇ ਟੈਕਸ ਇਕੱਠਾ ਕਰਨ ਲਈ ਨਾਕਾ ਲਾ ਦਿੱਤਾ ਗਿਆ। ਦੁਪਹੀਆ ਵਾਹਨਾਂ ਤੋਂ 50 ਰੁਪਏ ਲਏ ਜਾਣਗੇ, ਕਾਰਾਂ ਤੋਂ 200 ਰੁਪਏ, SUV ਤੇ MUV ਤੋਂ 300 ਰੁਪਏ, ਬੱਸਾਂ ਤੇ ਟਰੱਕਾਂ ਤੋਂ 500 ਰੁਪਏ ਲਏ ਜਾਣਗੇ। ਸੋ ਲਾਹੌਲ ਸਪੀਤੀ ਦੇ ਵਿੱਚ ਐਂਟਰੀ ਟੈਕਸ ਹੈ ਜਿਹੜਾ ਉਹ ਲਾ ਦਿੱਤਾ ਗਿਆ ਹੈ। ਕੋਰੋਨਾ ਦਾ ਰੌਲਾ ਫੇਰ ਪੈ ਰਿਹਾ ਹੈ। ਭਾਰਤ ਸਰਕਾਰ ਨੇ ਸਖਤ ਚੇਤਾਵਨੀ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਹੈ ਤੀਸਰੀ ਲਹਿਰ ਦੀ। ਮਹਾਰਾਸ਼ਟਰ ਤੇ ਕੇਰਲਾ ਦੇ ਵਿੱਚ ਜਿਸ ਤੇਜ਼ੀ ਦੇ ਨਾਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਨੇ, ਉਸ ਤੋਂ ਬਾਅਦ ਕੋਰੋਨਾ ਦੀ ਤੀਸਰੀ लहर नूं लैके आदेश ने जिहड़े ओह जारी कर दिते गए ने। सरकार ने कहा है कि कोई ढिल नहीं की जा सकती ते ना ही कोई भी सूबा सरकार ढिल वरते। ਕਹਿੰਦੇ ਜੇਕਰ ਪਿਛਲੇ 24 ਘੰਟਿਆਂ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਮਹਾਰਾਸ਼ਟਰ ਦੇ ਵਿੱਚ 4154 ਨਵੇਂ ਕੇਸ ਸਾਹਮਣੇ ਆਏ ਨੇ, ਕੇਰਲਾ ਵਿੱਚ 2501 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ ਕੇਂਦਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੋਈ ਢਿੱਲ ਨਹੀਂ ਵਰਤੀ ਜਾ ਸਕਦੀ, ਯਾਨੀ ਕਿ ਆਉਂਦੇ ਦਿਨਾਂ ਦੇ ਵਿੱਚ ਪਾਬੰਦੀਆਂ ਲਈ ਤੁਹਾਨੂੰ ਤਿਆਰ ਰਹਿਣਾ ਪਊਗਾ। ਇਸ ਤਰ੍ਹਾਂ ਦੇ ਸੰਕੇਤ ਨੇ ਜਿਹੜੇ ਉਹ ਮਿਲ ਰਹੇ ਨੇ। ਕਰਨਾਲ ਮੋਰਚੇ ਦੀ ਗੱਲ ਕਰ ਲਈਏ, ਕਿਸਾਨਾਂ ਦਾ ਪੱਕਾ ਮੋਰਚਾ ਖਤਮ ਹੋ ਗਿਆ। ਕਿਸਾਨਾਂ ਦੇ ਮੂਹਰੇ ਪ੍ਰਸ਼ਾਸਨ ਝੁਕ ਗਿਆ ਹੈ। ਕਿਸਾਨਾਂ ਦੀਆਂ ਕਈ ਮੰਗਾਂ ਨੇ ਜਿਹੜੀਆਂ ਉਹ ਮੰਨ ਲਈਆਂ ਗਈਆਂ ਨੇ ਤੇ ਜਿਹੜੀ ਸ਼ੁੱਕਰਵਾਰ ਨੂੰ ਮਹਾਪੰਚਾਇਤ ਸੱਦੀ ਸੀ ਉਹ ਵੀ ਨਹੀਂ ਹੋਈ, ਕਿਉਂਕਿ ਸਵੇਰੇ ਬੈਠਕ ਹੋ ਗਈ ਸੀ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਾਲੇ ਅਤੇ ਕਿਸਾਨਾਂ ਦੀਆਂ ਕੁਝ ਮੰਗਾਂ ਮੰਨਣ ਦਾ ਐਲਾਨ ਕਰ ਦਿੱਤਾ ਤਾਂ ਕਿਸਾਨਾਂ ਨੇ ਮੋਰਚਾ ਖਤਮ ਕਰਨ ਦਾ ਐਲਾਨ ਕਰ ਦਿੱਤਾ। ਵਧੀਕ ਮੁੱਖ ਸਕੱਤਰ ACS ਦਵਿੰਦਰ ਸਿੰਘ ਤੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਮੀਟਿੰਗ ਤੋਂ ਬਾਅਦ ਇਕੱਠੇ ਪ੍ਰੈਸ ਕਾਨਫਰੰਸ ਕੀਤੀ। ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰਸ਼ਾਸਨ ਨੇ ਕਿਹਾ ਕਿ ਹਰਿਆਣਾ ਸਰਕਾਰ 28 ਅਗਸਤ ਨੂੰ ਬਸਤਾੜਾ ਟੋਲ ਪਲਾਜ਼ਾ ਤੇ ਹੋਏ ਘਟਨਾਕ੍ਰਮ ਦੀ ਨਿਆਂਇਕ ਜਾਂਚ ਕਰਵਾਵੇਗੀ। ਜਾਂਚ ਜਿਹੜੀ ਕੱਲੀ SDM ਵਾਲੇ ਮਸਲੇ ਦੀ ਨਹੀਂ ਹੋਏਗੀ, ਸਾਰੇ ਘਟਨਾਕ੍ਰਮ ਦੀ ਜਾਂਚ ਹੋਏਗੀ, ਯਾਨੀ ਕਿ ਵਿੱਚ ਕਿਸਾਨਾਂ ਨੂੰ ਵੀ ਘੜੀਸਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਜਾਂਚ ਹਾਈਕੋਰਟ ਦੇ ਸੇਵਾ ਮੁਕਤ ਜੱਜ ਤੋਂ ਕਰਵਾਈ ਜਾਏਗੀ, 1 ਮਹੀਨੇ ਦੇ ਵਿੱਚ ਮੁਕੰਮਲ ਹੋਏਗੀ ਤੇ ਜਿੰਨਾ ਚਿਰ ਜਾਂਚ ਚੱਲੇਗੀ ਜਿਹੜਾ ਸਾਬਕਾ SDM आयुष सिन्हा छुट्टी ते रहेगा। प्रशासन ने भी कहा कि हरियाणा सरकार मृतक किसान सतीश काजल दे 2 परिवारिक मैंबरां नूं DC रेट उत्ते सैक्शन पोर्ट उत्ते करनाल जिले दे विच नौकरियां देवेगी ते दोवां धिरां दे विचाले इन्हां गल्लां दी सहमति बन गई है। 28 अगस्त 2021 को बस्ताड़ा टोल पर हुए घटनाक्रम की न्यायिक जांच करवाएगी और यह जांच हाईकोर्ट के रिटायर्ड जज से करवाई जाएगी एवं जांच यथासंभव 1 माह में पूर्ण होगी। और पूर्व SDM श्री आयुष सिन्हा जी इस दौरान छुट्टी पर रहेंगे और हरियाणा सरकार मृतक किसान सतीश काजल के 2 परिवारजनों को सरकार DC रेट पर सैंक्शन पोस्ट पर नौकरी देगी, यहीं पे करनाल डिस्ट्रिक्ट में। तो ये मोटे तौर पे हमारा समझौता हुआ है और इस पर दोनों पक्षों की पूर्ण रूप से सहमति है और बड़े सौहार्दपूर्ण वातावरण में ये समझौता हुआ है। ये मैं आपके सामने आज बताना चाहता हूँ। ਤੇ ਇਸੇ ਪ੍ਰੈਸ ਕਾਨਫਰੰਸ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਕਿਸਾਨ ਲੀਡਰ ਉਹਨਾਂ ਨੇ ਕਿਹਾ ਕਿ ਮ੍ਰਿਤਕ ਸਾਡੇ ਕਿਸਾਨ ਭਰਾ ਦਾ ਅਸੀਂ ਪਰਿਵਾਰਕ ਘਾਟਾ ਤਾਂ ਪੂਰਾ ਨਹੀਂ ਕਰ ਸਕਦੇ, ਪਰ ਉਹਨਾਂ ਦੇ 2 ਪਰਿਵਾਰਕ ਮੈਂਬਰਾਂ ਦੇ ਲਈ ਅਸੀਂ ਨੌਕਰੀ ਮੰਗੀ ਸੀ ਜੋ ਪ੍ਰਸ਼ਾਸਨ ਨੇ ਮੰਨ ਲਈ ਹੈ। ਉਹਨਾਂ ਨੇ ਕਿਹਾ ਕਿ ਸੈਕਸ਼ਨ ਅਧੀਨ ਇਹ ਦੋਵੇਂ ਪੋਸਟਾਂ ਹੋਣਗੀਆਂ ਪਰ ਇਹ ਸਰਕਾਰੀ ਹੋ ਜਾਂਦੀਆਂ ਹੁੰਦੀਆਂ ਨੇ, ਪੱਕੀਆਂ ਹੋ ਜਾਂਦੀਆਂ ਹੁੰਦੀਆਂ ਨੇ। ਚੜੂਨੀ ਨੇ ਕਿਹਾ ਕਿ ਨੌਕਰੀਆਂ 1 ਹਫ਼ਤੇ ਦੇ ਅੰਦਰ ਮਿਲ ਜਾਣਗੀਆਂ। जो शहीद परिवार है उसकी हम किसी हालत भरपाई नहीं कर सकते, इसलिए हमने उसका तय किया था कि उसकी भरपाई ज़्यादा चाहिए क्योंकि असली नुकसान तो उसी का हुआ है। तो इसलिए कल हमने उसके 2 मेंबरों को नौकरी मांगी थी जो प्रशासन ने मान ली है, सरकार ने मान ली है और 2 लोगों को नौकरी उसके परिवार के दी जाएगी। और ये जो DC रेट होता है इस पर 2 तरह की पोस्टें होती हैं, एक तो सीधा DC रेट पे रख लिया जाए और दूसरा सैंक्शन के अधीन रख लिया जाए। जो सैंक्शन के अधीन रखा जाता है उसकी बाद में पक्के होने की प्रक्रिया होती है, जो दूसरा होता है वो पक्का नहीं होता है। तो सैंक्शन के अधीन दोनों पोस्टें होंगी और ये 1 हफ्ते के अंदर हो जाएगी। हमने अपने वकीलों से राय की थी और जो हमारी फिर सहमति बनी है वो ये बनी है कि अगर प्रशासन FIR दर्ज करता है तो बाद में उसके रद्द करने के बहुत ज़्यादा चांस हो जाते हैं। कल किस अधिकारी ने आना है, किस पुलिस अधिकारी ने आना है, कल वो आकर उसमें क्या करता है और उसके पास एक पावर होती है हाई कोर्ट में जाने की क्वेश्चन के लिए कि मेरी कोई निजी दुश्मनी थोड़ा ही थी, मैं तो सरकारी ड्यूटी पे था, ड्यूटी के दौरान जैसे हालात थे वैसे मैंने ऑर्डर दे दिया, बचने के ज़्यादा चांस उसमें हो जाते हैं। लेकिन अगर हाई कोर्ट का रिटायर जज उसमें जो है वो इंक्वायरी करता है, उसके बाद उसका पर्चा दर्ज होता है, तो उसके ना तो उसके कैंसिलेशन के चांस होते हैं और ना उसके
फिर जांच को कोई प्रभावित करने के चांस होते हैं। ਤੇ ਐਸਡੀਐਮ ਜਿਹੜਾ ਸਾਬਕਾ ਆਯੂਸ਼ ਸਿਨਹਾ ਕਹਿੰਦੇ ਸਾਨੂੰ ਇਹ ਜਿਹੜਾ ਸਾਡੇ ਵਕੀਲਾਂ ਨੇ ਵੀ ਸਮਝਾਇਆ ਵੀ ਜੇ ਉਹ ਤੇ ਹੁਣ ਅਸੀਂ ਕਤਲ ਕੇਸ ਦਾ ਪਰਚਾ ਜਿਵੇਂ ਅਸੀਂ ਮੰਗ ਕਰ ਰਹੇ ਹਾਂ ਜੇ ਦਰਜ ਹੋ ਜੇ ਤਾਂ ਉਹ ਕਤਲ ਕੇਸ ਹੈ ਜਿਹੜਾ ਉਹਦੇ ਤੇ ਹੋਊਗਾ, ਉਹ ਪਰਚਾ ਰੱਦ ਵੀ ਹੋ ਸਕਦਾ ਹੈ। पर जे न्यायिक जांच होगी फिर हाईकोर्ट के जिहड़े चीफ जिहड़े हाईकोर्ट के साबका जस्टिस हैगे ने जे वो सिफारिश करनगे परचा दर्ज करन दी तां ओनू रद्द नहीं किया जा सकता ते ना ही जांच प्रभावित होने की संभावना हुंदी है। इस करके सो इन्हां गल्लां दे उत्ते सहमति बनन तो बाद करनाल दा पक्का मोर्चा खत्म कर दिता गया। हालांकि जिहड़ा मृतक किसान दे परिवार नूं 25 लाख मुआवजा देण दी मंग कीती जा रही सी, वो भी प्रशासन ने नहीं दिता ते ना ही जख्मी किसानां दे लई 2-2 लाख रुपए मुआवजे दा ऐलान कीता गया। पर करनाल मोर्चे दी जित तो बाद जिवें ही किसानां ने जित दा ऐलान कीता, कहा कि बीजेपी सरकार नूं असीं झुका दिता है, किसानां दी पूरी जित हुई है। उस तो बाद दिल्ली मोर्चों दे विच उत्साह जिहड़ा ओह जरूर वधिया है। जिवें पहला मुजफ्फरनगर वाली रैली तो बाद किसानां दा उत्साह दुगना नहीं चौगुना 5 गुणा हो गया। उस तो बाद करनाल मोर्चा जितन तो बाद भी दिल्ली मोर्चों दे विच रौनक वधनी हुण शुरू हो गई है ते किसान लीडरां ने भी अपील की सी कि करनाल दा मोर्चा खत्म होने तो बाद सारे किसान ने जिहड़े ओह दिल्ली मोर्चों के उत्ते जाके पहुंचण। करनाल दे विच किसानां दी जित तो बाद एक बड़ी खूबसूरत तस्वीर चंडीगढ़ तो आई है। अनिल कुमार नाम दे ऑटो ड्राइवर ने 12 सितंबर नूं चंडीगढ़ दे विच एक दिन दे लई मुफ्त सफर दी सहूलत देण दी पेशकश कीती है। उन्हां कहा कि सवेरे 9 बजे तो लैके शाम 5 बजे तक मैं किसी भी सवारी तो पैसा नहीं लवांगा। इस तो पहला भी कई रिक्शा चालक किसान रैलियां दे विच मुफ्त सफर सहूलत की पेशकश है जिहड़ी ओह कर चुके ने। पंजाब दी सियासत दे नाल जुड़ी खबर है, आई दिल्ली तो है, पर लगदा है कि पंजाब दे एक खास लीडर नूं जिहड़ा सुनेहा देण वाली एक खबर है। दिल्ली दे मुख मंत्री ते आम आदमी पार्टी सुप्रीमो अरविंद केजरीवाल ने अपने वर्करां नूं अते लीडरां नूं अहुदिआं दी झाक छड्डण दी नसीहत दित्ती है। केजरीवाल ने कहा कि आम आदमी पार्टी विच कदे भी अहुदे दी इच्छा नहीं करनी, सानू देश अते समाज दे लई खूब काम करना होगा पर अहुदिआं दी इच्छा तो बिना। केजरीवाल ने कहा कि जे आम आदमी पार्टी के वर्कर भी अहुदिआं दे मगर दौड़ लाउणी शुरू कर देण तां बीजेपी कांग्रेस ते दूसरियां पार्टियां दे विच कोई फर्क नहीं रह जाएगा, यानी कि उन्हां पार्टियां ते साडे विच कोई फर्क नहीं रह जाएगा। इसलिए सानू अहुदे ते टिकट दी इच्छा छड्डणी पवेगी। साडी पार्टी दे शहीद ए आजम भगत सिंह अते बाबा साहिब अंबेडकर 2 परम आदर्श ने। इन्हां वांगू कुर्बानी देण अते संघर्ष करन दे लई साडे कल्ले वर्कर नूं तैयार रहना चाहीदा है। पर ये अहुदिआं दी झाक छड्डो वाला जिहड़ा सुनेहा है, ये किते भगवंत मान दे लई तां नहीं, ये सवाल जरूर उठ रहा है मन दे विच केजरीवाल दे इस बयान तो बाद। आम आदमी पार्टी में कभी भी पद की इच्छा मत करना, मैं ये बन जाऊं, मैं वो बन जाऊं, मेरे को ये पद मिल जाए, मेरे को वो पद मिल जाए, मेरे को टिकट मिल जाए। हमें खूब जम के काम करना है समाज के लिए, हमें खूब जम के काम करना है देश के लिए। अपने अपने क्षेत्र के अंदर काम करते रहो, खूब काम करो, जम के काम करो। आपके अंदर का आनंद काम से आना चाहिए, पद मिलने से नहीं आना चाहिए। नहीं मिलेगा कभी भी, कोई भी पद मिल जाए आपको दिल खुश हो ही नहीं सकता। अगर और आपका काम ऐसा होना चाहिए कि पार्टी आपके पास आके कहे भाई साहब ये पद ले लो आप, अरविंद जी मुझे ये पद दे दो, अरविंद जी मुझे ये टिकट दे दो, इसका मतलब आप उसके काबिल नहीं हो, आपको मांगने की जरूरत पड़ रही है। ऐसा काम करो कि अरविंद जी आपके पास आके कहेंगे भाई साहब मैंने आपका काम देखा है, आपका काम सुना है, आप ये पद ले लीजिए, आप ये जिम्मेदारी ले लीजिए, आप यहां की टिकट लेके चुनाव लड़िए। ये बड़ी बात होगी। और ऐसे हैं बहुत सारे लोग जिनको मैं खुद जाके बोलता हूं कि आप ये पद ले लीजिए, आप ये टिकट ले लीजिए यहां से। इसलिए बहुत जरूरी है कि ये पद की लालसा और पद की इच्छा हमें छोड़नी पड़ेगी, नहीं तो हम जिस मकसद से आम आदमी पार्टी बनाई, मैं नहीं चाहता कोई ऐसा समय आए जिस दिन आम आदमी पार्टी की तरफ लोग देख के कहें अरे ये तो बीजेपी जैसी हो गई, अरे ये तो कांग्रेस जैसी हो गई, अरे ये तो दूसरी पार्टी जैसी हो गई। कोई फायदा नहीं है। हम इसलिए तो नहीं आए थे, इसलिए तो आम आदमी पार्टी नहीं बनाई हम लोगों ने। अगर आपके मन में किसी भी वक्त
मन टटोल के देखते हैं और पद की इच्छा जाग गई, तो उसका एक तरीका है उसको कंट्रोल करने का। अगर आप दिन में 8 घंटे काम कर रहे हैं, 10 घंटे काम करना शुरू कर दो, 12 घंटे काम करना शुरू कर दो, 14 घंटे काम करना शुरू कर दो। खूब सेवा करो, जितनी सेवा करोगे, जितना तप करोगे, जितनी तपस्या करोगे, उतना अहम पिघलता जाएगा। ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਇਹ ਟਵੀਟ ਉਸ ਵਕਤ ਕੀਤਾ ਹੈ ਜਦੋਂ ਇਹ ਚਰਚਾ ਜ਼ੋਰਾਂ ਤੇ ਛਿੜੀ ਹੋਈ ਹੈ ਕਿ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਮੰਗ ਕਰ ਰਹੇ ਨੇ। ਉਮੀਦਵਾਰੀ ਹੈ ਜਿਹੜੀ ਉਹ ਮੁੱਖ ਮੰਤਰੀ ਦੇ ਚਿਹਰੇ ਵਾਲੀ ਉਹ ਮੰਗ ਰਹੇ ਨੇ। ਉਹਨਾਂ ਦੇ ਹੱਕ ਵਿੱਚ ਪੰਜਾਬ 'ਚ ਇੱਕ ਮੁਹਿੰਮ ਵੀ ਚਲਾਈ ਜਾ ਰਹੀ ਹੈ ਵਰਕਰਾਂ ਦੇ ਵੱਲੋਂ। ਤੇ ਚਰਚਾ ਤਾਂ ਇਹ ਵੀ ਹੈ ਕਿ 2 ਦਿਨ ਪਹਿਲਾਂ ਭਗਵੰਤ ਮਾਨ ਇਸੇ ਮਕਸਦ ਦੇ ਲਈ ਦਿੱਲੀ ਕੇਜਰੀਵਾਲ ਸਾਹਿਬ ਨੂੰ ਮਿਲਣ ਲਈ ਗਏ ਸੀ, ਪਰ ਘੰਟਾ ਭਰ ਦੇ ਇੰਤਜ਼ਾਰ ਤੋਂ ਬਾਅਦ ਉਹਨਾਂ ਨੂੰ ਨਿਰਾਸ਼ ਪਰਤਣਾ ਪਿਆ। ਇਹ ਵੀ ਸੁਣਨ ਦੇ ਵਿੱਚ ਆਇਆ ਕਿ ਹਾਈ ਕਮਾਂਡ ਨੇ ਥੋੜੀ ਝਾੜ-ਝੰਬ ਵੀ ਕੀਤੀ ਹੈ ਕਿ ਜਦੋਂ ਕਿਸਾਨ 10 ਸਤੰਬਰ ਨੂੰ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਨਾਲ ਚੰਡੀਗੜ੍ਹ 'ਚ ਬੈਠਕ ਕਰ ਰਹੇ ਨੇ, ਤੁਸੀਂ ਦਿੱਲੀ ਕੀ ਕਰ ਰਹੇ ਹੋ। ਤੇ ਅਰਵਿੰਦ ਕੇਜਰੀਵਾਲ ਨੇ ਜਦੋਂ ਹੀ ਪੰਜਾਬ ਦੇ ਮੁੱਖ ਮੰਤਰੀ ਲਈ ਕਿਸੇ ਸਿੱਖ ਚਿਹਰੇ ਨੂੰ ਸੀਐਮ ਬਣਾਉਣ ਦਾ ਐਲਾਨ ਕੀਤਾ, ਉਸ ਤੋਂ ਬਾਅਦ ਭਗਵੰਤ ਮਾਨ ਦੀ ਆਸ ਹੈ ਜਿਹੜੀ ਉਹ ਥੋੜੀ ਹੋਰ ਤੀਬਰ ਹੋ ਗਈ ਹੈ। ਹਾਲਾਂਕਿ ਕੇਜਰੀਵਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਝਾਕ ਛੱਡ ਦੇਣ ਦਾ ਪਹਿਲਾਂ ਹੀ ਇਸ਼ਾਰਾ ਕਰ ਚੁੱਕੇ ਨੇ, ਪਰ ਜਿਹੜਾ ਤਾਜ਼ਾ ਟਵੀਟ ਹੈ ਉਹ ਇੱਕ ਹੋਰ ਸੰਕੇਤ ਕਰਦਾ ਨਜ਼ਰ ਆਉਂਦਾ ਹੈ। ਆਉਂਦੇ 17 ਸਤੰਬਰ ਨੂੰ 3 ਖੇਤੀ ਕਾਨੂੰਨਾਂ ਦੇ ਸੰਸਦ ਵਿੱਚ ਪਾਸ ਹੋਣ ਦਾ ਪੂਰਾ 1 ਸਾਲ ਹੋ ਜਾਏਗਾ ਤੇ ਇਸ 1 ਸਾਲ ਪੂਰੇ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੱਡਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਇਸ ਦਿਨ ਨੂੰ ਅਸੀਂ ਕਾਲੇ ਦਿਨ ਵਜੋਂ ਮਨਾਵਾਂਗੇ ਅਤੇ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਰੋਸ ਮਾਰਚ ਕੱਢਿਆ ਜਾਏਗਾ। ਉਹਨਾਂ ਨੇ ਕਿਹਾ ਕਿ ਪੰਜਾਬ ਤੋਂ ਸਾਡੀ ਪਾਰਟੀ ਦੇ ਵੱਡੀ ਗਿਣਤੀ ਵਿੱਚ ਵਰਕਰ ਦਿੱਲੀ ਪਹੁੰਚ ਕੇ ਇਸ ਦਿਨ ਨੂੰ ਕਾਲੇ ਦਿਨ ਦੇ ਵਜੋਂ ਮਨਾਉਣਗੇ ਤੇ ਰੋਸ ਮਾਰਚ ਵਿੱਚ ਹਿੱਸਾ ਲੈਣਗੇ। ਤਿੰਨੇ ਕਾਲੇ ਕਾਨੂੰਨਾਂ ਦਾ ਪਾਰਲੀਮੈਂਟ ਵਿੱਚ ਪਾਸ ਹੋਣ ਦਾ 1 ਸਾਲ ਪੂਰਾ ਹੁੰਦਾ, ਉਸ ਦਿਨ ਨੂੰ ਕਾਲੇ ਦਿਨ ਦੇ ਵਜੋਂ ਮਨਾਇਆ ਜਾਏਗਾ ਔਰ ਇਸ ਦਿਨ ਇੱਕ ਬਹੁਤ ਵੱਡਾ ਪ੍ਰੋਟੈਸਟ ਮਾਰਚ ਜਿਹੜਾ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਲੈ ਕੇ ਪਾਰਲੀਮੈਂਟ ਹਾਊਸ ਤੱਕ ਕੱਢਿਆ ਜਾਏਗਾ। ਇਹ ਫੈਸਲਾ ਅੱਜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸਾਰੇ ਐਮਐਲਏ, ਐਕਸ ਐਮਐਲਏ, ਜ਼ਿਲ੍ਹਾ ਜਥੇਦਾਰ ਤੇ ਕੋਰ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲਿਆ ਔਰ ਇਸ ਦਿਨ ਸਾਰੇ ਪੰਜਾਬ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਵਰਕਰ ਜਿਹੜੇ ਆ ਉਹ ਦਿੱਲੀ ਪਹੁੰਚ ਕੇ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਉਣਗੇ ਤੇ ਪ੍ਰੋਟੈਸਟ ਮਾਰਚ ਦੇ ਵਿੱਚ ਹਿੱਸਾ ਲੈਣ। ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਬਲੈਂਕਟ ਬੇਲ ਤਹਿਤ ਵੱਡਾ ਸੁਰੱਖਿਆ ਕਵਚ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਜਾਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵੱਲ ਜਾਣ ਦਾ ਜਿਹੜਾ ਫੈਸਲਾ ਲਿਆ ਹੈ। ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਹਾਈ ਕੋਰਟ ਦੇ ਇਸ ਫੈਸਲੇ ਨੂੰ ਚੁਣੌਤੀ ਦੇਵੇਗੀ। ਸੋ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਸੁਮੇਧ ਸੈਣੀ ਦੇ ਖਿਲਾਫ ਵਕੀਲ ਜਿਹੜੇ ਪੇਸ਼ ਹੋ ਰਹੇ ਸੀ ਸਰਤੇਜ ਸਿੰਘ ਨਰੂਲਾ, ਉਹਨਾਂ ਨੇ ਦੱਸਿਆ ਕਿ ਜੋ ਸੈਣੀ ਨੇ ਮੰਗਿਆ ਹੀ ਨਹੀਂ ਉਹ ਵੀ ਅਦਾਲਤ ਨੇ ਦੇ ਦਿੱਤਾ। ਯਾਨੀ ਕਿ ਸੈਣੀ ਨੇ ਕਿਹਾ ਸੀ ਕਿ ਜਿਹੜਾ ਭ੍ਰਿਸ਼ਟਾਚਾਰ ਵਾਲਾ ਕੇਸ ਹੈ ਉਹਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਸੈਣੀ ਨੇ ਕਿਹਾ ਸੀ ਕਿ ਮੇਰੇ ਖਿਲਾਫ ਸਿਆਸੀ ਬਦਲਾਖੋਰੀ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ, ਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਨੂੰ ਐਕਸੈਪਸ਼ਨਲ ਕੇਸ ਮੰਨਦਿਆਂ, ਯਾਨੀ ਕਿ ਬਿਲਕੁਲ ਹੀ ਆਪਾਂ ਵੱਖਰੀ ਚੀਜ਼ ਹੁੰਦੀ ਹੈ ਜਿਹੜੀ ਵੱਖਰਾ ਕੇਸ ਮੰਨਦੇ ਹੋਏ ਇਹਦੇ ਵਿੱਚ ਸੁਮੇਧ ਸੈਣੀ ਨੂੰ ਵੋਟਾਂ ਤੱਕ ਫਰਵਰੀ 2022 ਤੱਕ ਕਿਸੇ ਵੀ ਪੁਰਾਣੇ ਜਾਂ ਨਵੇਂ ਕੇਸ ਵਿੱਚ ਗ੍ਰਿਫਤਾਰ ਕੀਤੇ ਜਾਣ ਤੇ ਰੋਕ ਲਾ ਦਿੱਤੀ ਹੈ। ਪੰਜਾਬ ਪੁਲਿਸ ਹੁਣ ਸੁਮੇਧ ਸੈਣੀ ਨੂੰ ਹੱਥ ਤੱਕ ਨਹੀਂ ਲਾ ਸਕਦੀ, ਭਾਵੇਂ ਸੁਮੇਧ ਸੈਣੀ ਕਿਵੇਂ ਵੀ ਕਿਸੇ ਵੀ ਤਰੀਕੇ ਦੇ ਨਾਲ ਖੁੱਲਮ ਖੁੱਲਾ ਪੁਲਿਸ ਦੇ ਮੂਹਰੇ ਫਿਰਦਾ ਰਹੇ, ਚਾਹੇ ਥਾਣੇ ਦੇ ਬਾਹਰ ਜਾ ਕੇ ਬੈਠਾ ਰਹੇ, ਪਰ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਕਿਉਂਕਿ ਅਦਾਲਤ ਨੇ ਇੰਨਾ ਵੱਡਾ ਹੁਕਮ ਹੈ ਜਿਹੜਾ ਉਹ ਸੁਣਾ ਦਿੱਤਾ ਹੈ। ਇਹ ਵੀ ਕਹਿ ਦਿੱਤਾ ਹੈ ਕਿ ਕਿਸੇ ਵੀ ਕੇਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਜਿਹੜੀ ਜਾਂਚ ਹੈ ਉਹ ਸੁਮੇਧ ਸੈਣੀ ਦੇ ਖਿਲਾਫ ਫਰਵਰੀ 2022 ਤੱਕ ਨਹੀਂ ਕੀਤੀ ਜਾ ਸਕਦੀ। ਇੱਕ ਗੱਲ ਇੱਥੇ ਤੁਹਾਨੂੰ ਜ਼ਰੂਰ ਦੱਸਾਂਗੇ, ਬਾਂਦਰ ਦੇ ਨਾਲ ਕਿਉਂ ਤੁਲਨਾ ਕੀਤੀ ਗਈ ਹੈ ਸੁਮੇਧ ਸੈਣੀ ਦੀ। ਜਿਹੜੇ ਮਾਫ ਕਰਨਾ ਹਾਈ ਕੋਰਟ ਦੇ ਜੱਜ ਜਿਹੜੇ ਸਾਂਗਵਾਨ ਹੈਗੇ ਨੇ, ਜਿਨ੍ਹਾਂ ਨੇ ਫੈਸਲਾ ਸੁਣਾਇਆ ਹੈ, ਅਰਵਿੰਦ ਸਿੰਘ ਸਾਂਗਵਾਨ, ਉਹਨਾਂ ਨੇ ਇੱਕ ਉਦਾਹਰਣ ਦਿੱਤੀ ਪੰਚਤੰਤਰ ਦੀ। ਕਹਿੰਦੇ ਇੱਕ ਵਾਰੀ ਇੱਕ ਪਿੰਡ ਦੇ ਵਿੱਚ ਇੱਕ ਬਾਂਦਰ ਚਲਾ ਗਿਆ ਤੇ ਉਸ ਬਾਂਦਰ ਦੇ ਪਿੱਛੇ ਸਾਰੇ ਪਿੰਡ ਵਾਲੇ ਪੈ ਗਏ। ਜਦੋਂ ਪੁੱਛਿਆ ਸਰਪੰਚ ਨੇ ਕਿ ਸਾਰੇ ਪਿੰਡ ਵਾਸੀ ਇਸ ਬਾਂਦਰ ਦੇ ਪਿੱਛੇ ਕਿਉਂ ਪਏ ਨੇ, ਤਾਂ ਫਿਰ ਪਿੰਡ ਵਾਲਿਆਂ ਨੇ ਦੱਸਿਆ ਕਿ ਇਹ ਜਿਹੜਾ ਬਾਂਦਰ ਹੈ ਉਹ ਪਿਛਲੇ ਰਾਜੇ ਦਾ ਰੱਖਿਆ ਹੋਇਆ ਬਾਂਦਰ ਹੈ, ਇਹ ਪਿਛਲੇ ਰਾਜੇ ਨੇ ਪਾਲਿਆ ਸੀਗਾ ਤੇ ਇਸ ਕਰਕੇ ਅਸੀਂ ਇਸ ਦੇ ਪਿੱਛੇ ਹੈ ਜਿਹੜਾ ਪਏ ਹੋਏ ਆ, ਹੱਥ ਧੋ ਕੇ ਪਿੱਛੇ ਪਏ ਹਾਂ। ਕਹਿੰਦੇ ਉਹੀ ਹਾਲ ਹੈ ਜਿਹੜਾ ਇਸ ਵਕਤ ਹੋ ਰਿਹਾ ਹੈ ਸੁਮੇਧ ਸੈਣੀ ਦੇ ਕੇਸ ਵਿੱਚ ਵੀ। ਯਾਨੀ ਕਿ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸੁਮੇਧ ਸੈਣੀ ਨੂੰ ਪਿਛਲੀ ਸਰਕਾਰ ਨੇ, ਪਿਛਲੇ ਰਾਜੇ ਨੇ ਡੀਜੀਪੀ ਲਾਇਆ ਸੀ ਤੇ ਇਹ ਜਿਹੜੀ ਸਰਕਾਰ ਹੈ
ਇਹ ਵਾਲਾ ਰਾਜਾ ਹੈ ਉਹ ਸੁਮੇਧ ਸੈਣੀ ਦੇ ਪਿੱਛੇ ਹੱਥ ਧੋ ਕੇ ਪਿਆ ਹੋਇਆ ਉਹਨਾਂ ਪਿੰਡ ਵਾਸੀਆਂ ਦੇ ਵਾਂਗੂ। ਸੋ ਇਹ ਜਿਹੜੀ ਉਦਾਹਰਨ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਦੇ ਵੱਲੋਂ ਦਿੱਤੀ ਗਈ ਹੈ ਤੇ ਸੁਮੇਧ ਸੈਣੀ ਦੀ ਉਸ ਪੀੜਤ ਬਾਂਦਰ ਦੇ ਨਾਲ ਤੁਲਨਾ ਕੀਤੀ ਗਈ ਹੈ ਜਿਸ ਦੇ ਪਿੱਛੇ ਪਿੰਡ ਵਾਸੀ ਪੈ ਗਏ ਸੀ। ਸੋ ਹੁਣ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਪੰਜਾਬ ਸਰਕਾਰ ਦੀ ਗੱਲ ਹੈ ਜਿਹੜੀ ਉਹ ਜੱਜਾਂ ਦੇ ਵੱਲੋਂ ਸੁਣੀ ਜਾਏਗੀ ਜਾਂ ਨਹੀਂ ਸੁਣੀ ਜਾਏਗੀ, ਇਹ ਹੁਣ ਆਉਂਦੇ ਸਮੇਂ ਦੇ ਵਿੱਚ ਦੇਖਣਾ ਹੋਏਗਾ। ਪਰ ਸੁਮੇਧ ਸੈਣੀ ਨੂੰ ਰਾਹਤ ਬਹੁਤ ਵੱਡੀ ਦਿੱਤੀ ਗਈ ਹੈ ਨਿਆਂਪਾਲਿਕਾ ਦੇ ਵੱਲੋਂ। ਸ਼ਨੀਵਾਰ ਨੂੰ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਉੱਤੇ ਸਾਰੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਚੰਡੀਗੜ੍ਹ ਦੇ ਵਿੱਚ ਹੱਲਾ ਬੋਲ ਰੈਲੀ ਕੀਤੀ ਗਈ ਤੇ ਇਸ ਰੈਲੀ ਦੇ ਵਿੱਚ ਠਾਠਾਂ ਮਾਰਦਾ ਇਕੱਠ ਨਜ਼ਰ ਆਇਆ। ਪੰਜਾਬ ਸਰਕਾਰ ਦਾ ਖੁੱਲ ਕੇ ਪਿੱਟ ਸਿਆਪਾ ਕੀਤਾ ਗਿਆ। ਸੈਕਟਰ 39 ਚੰਡੀਗੜ੍ਹ ਦੇ ਅਨਾਜ ਮੰਡੀ ਸ਼ੈਡਾਂ ਦੇ ਹੇਠ ਵੱਖ-ਵੱਖ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਲੀਡਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਰੱਜ ਕੇ ਭੰਡ ਰਹੇ ਸੀ ਤੇ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਆਵਾਜ਼ ਬੁਲੰਦ ਕਰਦੇ ਨਜ਼ਰ ਆਏ। ਪੀਆਰਟੀਸੀ ਰੋਡਵੇਜ਼ ਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਦੀ ਜੇ ਗੱਲ ਕਰ ਲਈਏ ਤਾਂ ਇਹਨਾਂ ਦੀ ਹੜਤਾਲ ਹੈ ਜਿਹੜੀ ਉਹ 6ਵੇਂ ਦਿਨ ਵੀ ਜਾਰੀ ਰਹੀ ਹੈ ਤੇ ਲੋਕਾਂ ਦੀ ਪਰੇਸ਼ਾਨੀ ਵੀ ਲਗਾਤਾਰ 6ਵੇਂ ਦਿਨ ਜਾਰੀ ਰਹੀ। ਸੂਬੇ ਭਰ ਦੇ ਵਿੱਚ ਬੱਸਾਂ ਬੰਦ ਰੱਖਣ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਉਹ ਸ਼ਨੀਵਾਰ ਨੂੰ ਵੀ ਜਾਰੀ ਰਿਹਾ। ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਜ਼ਰੂਰ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸ ਕਰਕੇ ਬੀਬੀਆਂ ਨੂੰ, ਕਿਉਂਕਿ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਦੇ ਲਈ ਮੁਫਤ ਸਫ਼ਰ ਹੈ ਪੰਜਾਬ ਦੇ ਵਿੱਚ ਤੇ ਔਰਤਾਂ ਕਾਫੀ ਹੁਣ ਸਫ਼ਰ ਕਰ ਰਹੀਆਂ ਨੇ। ਪੰਜਾਬ ਸਰਕਾਰ ਦੇ ਵੱਲੋਂ ਮੁੜ ਗੱਲਬਾਤ ਦਾ ਜਿਹੜਾ ਸੱਦਾ ਭੇਜਿਆ ਗਿਆ ਉਸ ਤੋਂ ਬਾਅਦ ਯੂਨੀਅਨ ਦੇ ਵੱਲੋਂ ਜਿਹੜਾ ਸ਼ਨੀਵਾਰ ਦੇ ਦਿਨ ਡਿਪੂਆਂ ਦੀ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਸੀ। ਸਿਸਮਾ ਫਾਰਮ ਹਾਊਸ ਤੇ ਬਾਹਰੋਂ ਧਰਨਾ ਜ਼ਰੂਰ ਚੁੱਕ ਦਿੱਤਾ ਗਿਆ ਪਰ ਜਦੋਂ ਤੱਕ ਗੱਲ ਕਿਸੇ ਤਣ ਪੱਤਣ ਨਹੀਂ ਲੱਗਦੀ ਤਾਂ ਇਹਨਾਂ ਕੱਚੇ ਮੁਲਾਜ਼ਮਾਂ ਨੇ, ਕੱਚੇ ਕਾਮਿਆਂ ਨੇ ਕਿਹਾ ਕਿ ਸਾਡੀ ਹੜਤਾਲ ਹੈ ਜਿਹੜੀ ਉਹ ਜਾਰੀ ਰਹੂਗੀ ਤੇ 14 ਤਰੀਕ ਨੂੰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੈਠਕ ਹੈ ਜਿਹੜੀ ਉਹ ਹੋਣ ਵਾਲੀ ਹੈ। ਲੁਧਿਆਣਾ ਦੇ ਵਿੱਚ ਯੂਥ ਕਾਂਗਰਸ ਵਰਕਰਾਂ ਨੇ ਕਾਫੀ ਜਲੂਸ ਕੱਢਿਆ। ਬੀਜੇਪੀ ਦਾ ਦਫ਼ਤਰ ਘੇਰਨ ਗਏ ਯੂਥ ਕਾਂਗਰਸੀ ਤੇ ਬੀਜੇਪੀ ਦੇ ਵਰਕਰ ਆਮੋ ਸਾਹਮਣੇ ਹੋ ਗਏ। ਦੋਵਾਂ ਧਿਰਾਂ ਵਿਚਾਲੇ ਤਲਖੀ ਤੋਂ ਬਾਅਦ ਖੁੱਲ ਕੇ ਇੱਟਾਂ ਤੇ ਪੱਥਰ ਚੱਲੇ ਮਾਹੌਲ ਨੂੰ ਸ਼ਾਂਤ ਕਰਨ ਅਤੇ ਦੋਵਾਂ ਧਿਰਾਂ ਨੂੰ ਖਿੰਡਾਉਣ ਦੇ ਲਈ ਪੁਲਿਸ ਨੂੰ ਲਾਠੀ ਚਾਰਜ ਵੀ ਕਰਨਾ ਪਿਆ। ਪੁਲਿਸ ਨੇ ਥੋੜੀ ਦੇਰ ਬਾਅਦ ਹਾਲਾਤ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਪਰ ਹਾਲਾਤ ਕਾਫੀ ਦੇਰ ਤੱਕ ਤਣਾਅਪੂਰਨ ਨੇ ਜਿਹੜੇ ਉਹ ਬਣੇ ਰਹੇ। ਇਸੇ ਕਰਕੇ ਸ਼ਾਇਦ ਲੋਕਾਂ ਦੇ ਮਨਾਂ ਦੇ ਵਿੱਚ ਅੰਦਰੋਂ ਅੰਦਰੀ ਡਰ ਹੈ ਕਿ ਜਿਹੜੇ ਇਹੋ ਜਿਹੇ ਹਾਲਾਤ ਬਣ ਰਹੇ ਨੇ ਪੰਜਾਬ ਦੇ ਵਿੱਚ ਉਹਦਾ ਫਾਇਦਾ ਕਿਤੇ ਕੇਂਦਰ ਸਰਕਾਰ ਨਾ ਚੁੱਕ ਲਵੇ ਤੇ ਇਹਨਾਂ ਹਾਲਾਤਾਂ ਦਾ ਫਾਇਦਾ ਚੁੱਕ ਕੇ ਪੰਜਾਬ ਦੇ ਵਿੱਚ ਗਵਰਨਰੀ ਰਾਜ, ਰਾਸ਼ਟਰਪਤੀ ਰਾਜ ਨਾ ਲਾਗੂ ਕਰ ਦਿੱਤਾ ਜਾਵੇ। ਪਟਿਆਲਾ ਦੇ ਹਲਕਾ ਰਾਜਪੁਰਾ ਤੋਂ ਖਬਰ ਹੈ ਜਿੱਥੇ ਪਿੰਡ ਜੰਡੋਲੀ ਦੇ ਬਾਹਰ ਕਲੋਨੀ ਸੰਤ ਨਗਰ ਵਿਚਲੇ ਇੱਕ ਘਰ ਦੇ ਵਿੱਚ ਕਥਿਤ ਤੌਰ ਤੇ ਨਾਬਾਲਿਗ ਬੱਚਿਆਂ ਦੇ ਵੱਲੋਂ ਬਣਾਏ ਜਾ ਰਹੇ ਪਟਾਕਿਆਂ ਦੇ ਵਿੱਚ ਧਮਾਕਾ ਹੋ ਗਿਆ ਜਿਸ ਕਾਰਨ 12 ਸਾਲ ਦੀ ਬੱਚੀ ਮਨਪ੍ਰੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ। 3 ਹੋਰ ਬੱਚੇ ਜਿਨ੍ਹਾਂ ਦੀ ਉਮਰ 5 ਤੋਂ 10 ਸਾਲ ਦੱਸੀ ਜਾ ਰਹੀ ਹੈ ਉਹ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਕਾਨ ਮਿੰਟਾਂ ਦੇ ਵਿੱਚ ਹੀ ਮਲਬੇ ਦੇ ਢੇਰ 'ਚ ਤਬਦੀਲ ਹੋ ਗਿਆ। ਜੰਡੋਲੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਕਲੋਨੀ ਪਿੰਡ ਦੇ ਬਾਹਰ ਬਣੀ ਕਲੋਨੀ ਜਿਹੜੀ ਉਹਦੇ ਵਿੱਚ ਪ੍ਰਵਾਸੀ ਰਹਿ ਰਹੇ ਸੀ ਜੋ ਪਟਾਕੇ ਬਣਾਉਂਦੇ ਨੇ। ਉਹਨਾਂ ਦੇ ਘਰ ਵਿੱਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਤੇ ਸਾਰੇ ਪਿੰਡ ਵਾਲੇ ਤੁਰੰਤ ਉੱਥੇ ਪਹੁੰਚੇ। ਉਦੋਂ ਤੱਕ ਘਰ ਢਹਿ ਢੇਰੀ ਹੋ ਚੁੱਕਿਆ ਸੀ। ਮਲਬੇ ਦੇ ਢੇਰ ਦੇ ਹੇਠਾਂ ਬੱਚੇ ਦਬੇ ਹੋਏ ਸੀ। ਬੱਚੀ ਦੀ ਤਾਂ ਮੌਤ ਹੋ ਗਈ ਪਰ ਜਿਹੜੇ ਬੱਚੇ ਜ਼ਖਮੀ ਸੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਬੀਜੇਪੀ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਮਨ ਬਾਲਾ ਸੁਬਰਮਨੀਅਮ ਦੇ ਖਿਲਾਫ ਆਪਣਾ ਮੋਰਚਾ ਖੋਲ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਹਰੀਸ਼ ਰਾਏ ਢਾਂਡਾ ਨੇ ਦੱਸਿਆ, ਦੋਸ਼ ਲਾਇਆ ਕਿ ਚੇਅਰਮੈਨ ਅਤੇ ਮੰਤਰੀ ਨੇ ਟਰਸਟ ਦੇ ਰਿਕਾਰਡ ਦੇ ਵਿੱਚ ਹੇਰਾਫੇਰੀ ਕਰਕੇ ਆਪਣੇ ਚਹੇਤਿਆਂ ਨੂੰ ਸਸਤੇ ਭਾਅ ਤੇ ਜ਼ਮੀਨ ਅਤੇ ਪਲਾਟ ਵੇਚ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਅਕਾਲੀ ਦਲ ਨੇ ਈਡੀ, ਸੀਬੀਆਈ, ਵਿਜੀਲੈਂਸ ਬਿਊਰੋ ਪੰਜਾਬ, ਡੀਜੀਪੀ ਪੰਜਾਬ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ 24 ਪੰਨਿਆਂ ਦੀ ਸ਼ਿਕਾਇਤ ਭੇਜੀ ਹੈ ਤੇ ਇਸ ਸ਼ਿਕਾਇਤ ਕਾਪੀ ਦੀ ਇੱਕ ਕਾਪੀ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੂੰ ਵੀ ਭੇਜੀ ਗਈ ਹੈ। ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਹੋਣਗੀਆਂ ਜਾਂ ਫਿਰ ਨਹੀਂ, ਇਸ ਬਾਰੇ ਹਾਲੇ ਜਿਹੜਾ ਭੰਬਲ ਭੂਸਾ ਬਣਿਆ ਹੋਇਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹਨਾਂ ਚੋਣਾਂ ਦੇ ਲਈ ਪ੍ਰਚਾਰ ਵਾਸਤੇ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ। ਸੁਖਬੀਰ ਸਿੰਘ ਬਾਦਲ ਨੇ ਚੋਣਾਂ ਵਾਸਤੇ ਪ੍ਰਚਾਰ ਅਤੇ ਯੋਜਨਾਬੰਦੀ ਦੇ ਲਈ 100 ਕਰੋੜ ਰੁਪਏ ਰੱਖੇ ਨੇ ਤੇ ਚੇਨਈ ਆਧਾਰਿਤ ਇੱਕ ਕੰਪਨੀ ਦੇ ਨਾਲ ਸੌਦਾ ਕੀਤਾ ਹੈ, ਜਦਕਿ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਕਰੋੜਾਂ ਰੁਪਏ ਅਜਿਹੀਆਂ ਕੰਪਨੀਆਂ ਨਾਲ ਸੌਦੇ ਕਰਕੇ ਦਾਅ ਤੇ ਲਾ ਦਿੱਤੇ ਗਏ ਨੇ। ਇਹ ਕੰਪਨੀਆਂ ਚੇਨਈ ਤੋਂ ਲੈ ਕੇ
ਪਲਾਮੂ ਤੱਕ ਦੀਆਂ ਨੇ, ਜੋ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਨੂੰ ਪ੍ਰਚਾਰ ਮੁਹਿੰਮ ਦੇ ਲਈ ਸੇਵਾਵਾਂ ਦਿੰਦੀਆਂ ਨੇ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਦਾ ਦੋਤਾ ਉਹਨਾਂ ਦੀ ਮੁਹਿੰਮ ਸਾਂਭ ਰਿਹਾ ਹੈ ਤਾਂ ਸੁਖਬੀਰ ਬਾਦਲ ਨੇ ਮਾਈਂਡ ਸ਼ੇਅਰ ਐਨਾਲਿਟਿਕਸ ਕੰਪਨੀ ਦੀਆਂ ਸੇਵਾਵਾਂ ਲਈਆਂ ਨੇ। ਇਹ ਕੰਪਨੀਆਂ ਦੀ ਫੀਸ 5 ਲੱਖ ਤੋਂ ਲੈ ਕੇ 2 ਕਰੋੜ ਰੁਪਏ ਪ੍ਰਤੀ ਸੀਟ ਤੱਕ ਹੈ। ਚੇਨਈ ਦੇ ਸੁਨੀਲ ਕਾਨੂੰਗੋਲੋ ਦੀ ਮਾਈਂਡ ਸ਼ੇਅਰ ਐਨਾਲਿਟਿਕਸ ਸਮੇਤ ਇਹਨਾਂ ਏਜੰਸੀਆਂ ਨੇ ਹੁਣ ਜ਼ਮੀਨੀ ਪੱਧਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪੂਰੇ ਪੰਜਾਬ ਦੇ ਵਿੱਚ ਕੰਮ ਕਰਨ ਦੇ ਲਈ ਇਹਨਾਂ ਨੂੰ 100 ਕਰੋੜ ਰੁਪਈਆ ਜਿਹੜਾ ਉਹ ਸੁਖਬੀਰ ਬਾਦਲ ਦੇ ਵੱਲੋਂ ਦਿੱਤਾ ਜਾਏਗਾ, ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਿੱਤਾ ਜਾਏਗਾ। ਜ਼ਾਹਿਰ ਤੌਰ ਤੇ ਪਾਰਟੀ ਫੰਡ ਦੇ ਵੱਲੋਂ ਹੀ ਦਿੱਤਾ ਜਾਏਗਾ, ਪਾਰਟੀ ਫੰਡ ਵਿੱਚੋਂ ਦਿੱਤਾ ਜਾਏਗਾ। ਸੁਖਬੀਰ ਬਾਦਲ ਆਪਣੀ ਜੇਬ ਚੋਂ ਤਾਂ ਦੇਣ ਨਹੀਂ ਵਾਲੇ। ਤੇ ਅਜਿਹਾ ਪੈਸਾ ਪੀਆਰ ਕੰਪਨੀਆਂ ਤੇ ਇਹ ਪੈਸਾ ਜਿਹੜਾ ਕੱਲੇ ਸੁਖਬੀਰ ਬਾਦਲ ਨੇ ਨਹੀਂ ਲਾਇਆ, ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਫਿਰ ਹੋਰ ਕਈ ਵੱਡੇ ਲੀਡਰ ਹੋਣ, ਉਹਨਾਂ ਨੇ ਵੀ ਜਿਹੜਾ ਹੈਗਾ ਅਜਿਹੀਆਂ ਕੰਪਨੀਆਂ ਨੂੰ ਪੈਸੇ ਦਿੱਤੇ ਨੇ। ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ, ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਤਾਂ ਇਸ ਰਿਪੋਰਟ ਦੇ ਵਿੱਚ ਲਿਖਿਆ ਕਿ ਉਹਨਾਂ ਦਾ ਸੋਸ਼ਲ ਮੀਡੀਆ ਜਿਹੜਾ ਉਹ 7 ਮੈਂਬਰੀ ਟੀਮ ਸਾਂਭ ਰਹੀ ਹੈ। ਟੀਮ ਜਿੱਤੇਗਾ ਪੰਜਾਬ ਦੇ ਲਈ ਵੀ ਕੰਮ ਕਰ ਰਹੀ ਹੈ ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਤੋਂ 20 ਲੱਖ, ਅਕਾਲੀ ਦਲ, ਕਾਂਗਰਸ ਤੇ ਬੀਜੇਪੀ ਦੇ ਉਮੀਦਵਾਰਾਂ ਤੋਂ 30 ਤੋਂ 50 ਲੱਖ ਰੁਪਏ ਇਹ ਕੰਪਨੀਆਂ ਲੈ ਰਹੀਆਂ ਨੇ। ਕੈਪਟਨ ਅਮਰਿੰਦਰ ਸਿੰਘ ਦਾ ਸੋਸ਼ਲ ਮੀਡੀਆ ਉਹਨਾਂ ਦਾ ਪੋਤਾ 32 ਸਾਲ ਦਾ ਨੌਜਵਾਨ ਨਿਰਵਾਣ ਸਿੰਘ ਸਾਂਭ ਰਿਹਾ, ਯੂਕੇ ਤੋਂ ਪੜ੍ਹ ਕੇ ਆਇਆ ਅਤੇ ਦਿੱਲੀ ਦੇ ਵਿੱਚ ਡਰਮ ਡੋਲ ਮੀਡੀਆ ਕੰਪਨੀ ਦਾ ਵੀ ਮਾਲਕ ਹੈ ਅਤੇ ਉਹ ਮੁੱਖ ਮੰਤਰੀ ਦੀ ਮਿਸ਼ਨ ਫਤਿਹ ਮੁਹਿੰਮ ਸਾਂਭ ਰਿਹਾ ਹੈ। ਸਿੰਘੂ ਬਾਰਡਰ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਖਾਸ ਐਲਾਨ ਕੀਤਾ ਹੈ ਕਿ ਮਿਸ਼ਨ ਉੱਤਰ ਪ੍ਰਦੇਸ਼ ਦੇ ਤਹਿਤ ਹੁਣ ਪੂਰੇ ਯੂਪੀ ਦੇ ਵਿੱਚ ਵੀ ਟੋਲ ਪਲਾਜ਼ਾ ਨੇ ਜਿਹੜੇ ਉਹ ਫ੍ਰੀ ਕਰ ਦਿੱਤੇ ਜਾਣਗੇ। ਮਿਸ਼ਨ ਉੱਤਰ ਪ੍ਰਦੇਸ਼ ਚੱਲ ਰਿਹਾ ਹੈ ਅਤੇ ਯੂਪੀ ਦੇ ਵਿੱਚ ਬੀਜੇਪੀ ਦੀਆਂ ਸਹਿਯੋਗੀ ਪਾਰਟੀਆਂ ਅਤੇ ਜਿਹੜੇ ਕਾਰਪੋਰੇਟ ਹੈਗੇ ਨੇ, ਅੰਬਾਨੀ, ਅਡਾਨੀ, ਉਹਨਾਂ ਦੇ ਕਾਰੋਬਾਰ ਨੇ ਜਿਹੜੇ ਉਹ ਵੀ ਘੇਰੇ ਜਾਣਗੇ। ਇੱਕ ਹੋਰ ਜ਼ਰੂਰੀ ਖਬਰ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬ ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ਦੇ ਵਿੱਚ ਧੋਖਾਧੜੀ ਕਰਨ ਵਾਲੇ 6 ਜਣਿਆਂ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਘੁਟਾਲੇਬਾਜ਼ਾਂ ਅਤੇ ਨਕਲ ਦੇ ਖਿਲਾਫ ਕਾਰਵਾਈ ਦੇ ਹੁਕਮ ਦੇ ਦਿੱਤੇ ਨੇ। ਡੀਜੀਪੀ ਨੇ, ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਕਾਂਸਟੇਬਲਾਂ, ਹੈੱਡ ਕਾਂਸਟੇਬਲਾਂ ਦੀਆਂ ਪ੍ਰੀਖਿਆਵਾਂ ਦੇ ਲਈ ਪੰਜਾਬ ਪੁਲਿਸ ਦੀ ਤਿਆਰੀ ਵਜੋਂ ਇੰਟਰਨੈਟ ਬਲੂਟੁੱਥ ਦਾ ਅਮਲ ਰੋਕਣ ਦੇ ਲਈ ਜੈਮਰ ਵਰਗੇ ਯੰਤਰ ਨੇ ਜਿਹੜੇ ਉਹ ਲਾਏ ਜਾਇਆ ਕਰਨਗੇ। ਹੁਣ ਜਿਹੜੇ ਵੀ ਪੇਪਰ ਹੋਣਗੇ, ਖਾਸ ਕਰਕੇ ਕਾਂਸਟੇਬਲ ਤੇ ਹੈੱਡ ਕਾਂਸਟੇਬਲਾਂ ਦੇ ਜਿਹੜੇ ਪੇਪਰ ਹੋਣਗੇ, ਲਿਖਤੀ ਪ੍ਰੀਖਿਆ ਹੋਏਗੀ, ਉਹਦੇ ਵਿੱਚ ਜੈਮਰ ਲਾਏ ਜਾਣਗੇ। ਹਿਮਾਚਲ ਤੋਂ ਇੱਕ ਖਬਰ ਦੱਸ ਦਿੰਦੇ ਆ, ਜਿੱਥੇ ਲੋਕਾਂ ਦੀ ਸੇਵਾ ਕਰਨ ਵਾਲਾ ਇੱਕ ਜਿਹੜਾ ਵਿਅਕਤੀ ਹੈ ਉਹ ਨਿਯਮਾਂ ਦੀ ਭੇਂਟ ਚੜ ਗਿਆ ਹੈ। ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦੇ ਵਿੱਚ ਕੈਂਸਰ ਤੇ ਹੋਰ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਭੁੱਖ ਸ਼ਾਂਤ ਕਰਨ ਵਾਲਾ, ਯਾਨੀ ਕਿ ਉਹਨਾਂ ਦੇ ਲਈ ਲੰਗਰ ਲਾਉਣ ਵਾਲਾ ਹੁਣ ਸੇਵਾ ਸੰਕਲਪ ਨਿਯਮਾਂ ਦੀ ਭੇਂਟ ਚੜ ਗਿਆ। ਆਪਣੀ ਸੇਵਾ ਭਾਵ ਦੇ ਲਈ ਬੇਲਾ ਬੌਬੀ ਦੇ ਨਾਂ ਤੋਂ ਮਸ਼ਹੂਰ ਸਰਦਾਰ ਸਰਬਜੀਤ ਸਿੰਘ ਬੌਬੀ ਨੇ ਭੁੱਖ ਦੇ ਦੈਂਤ ਨੂੰ ਇੱਕ ਮੁੱਠੀ ਅਨਾਜ ਦੇ ਮੰਤਰ ਨਾਲ ਹਰਾ ਦਿੱਤਾ ਸੀ। ਕੈਂਸਰ ਹਸਪਤਾਲ ਦੇ ਨੇੜੇ ਗੁਰੂ ਕੇ ਲੰਗਰ ਵਿੱਚ ਰੋਜ਼ਾਨਾ 3000 ਤੋਂ ਵੀ ਵੱਧ ਲੋਕ ਇੱਥੇ ਮੁਫਤ ਲੰਗਰ ਛਕਦੇ ਸੀ ਤੇ ਸੇਵਾ ਇੱਥੇ ਅਜਿਹੀ ਚੱਲੀ ਸੀ ਕਿ ਇੱਥੇ ਸਾਬਕਾ ਮੁੱਖ ਮੰਤਰੀ ਸਵਰਗੀ ਵੀਰਭੱਦਰ ਸਿੰਘ, ਸਾਬਕਾ ਰਾਜਪਾਲ ਆਚਾਰੀਆ ਦੇਵਰਤ ਸਮੇਤ ਕਈ VVPIs ਨੇ ਵੀ ਭੋਜਨ ਜਿਹੜਾ ਵਰਤਾਉਣ ਦੀ, ਲੰਗਰ ਵਰਤਾਉਣ ਦੀ ਸੇਵਾ ਨਿਭਾਈ ਸੀ। ਪਰ ਕੁਝ ਸਮੇਂ ਤੋਂ ਇਸ ਸੇਵਾ ਦੇ ਪ੍ਰੋਜੈਕਟ ਵਿੱਚ ਨਿਯਮ ਆਉਂਦੇ ਗਏ। IGMC ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬੌਬੀ ਦੇ ਲੰਗਰ ਵਾਲੀ ਥਾਂ ਦੇ ਸੰਬੰਧ ਵਿੱਚ ਟੈਂਡਰ, ਇਜਾਜ਼ਤਾਂ ਅਤੇ ਬਿਜਲੀ ਕਨੈਕਸ਼ਨ ਵਰਗੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਯਾਨੀ ਕਿ ਜਿੱਥੇ ਬੌਬੀ ਦਾ ਲੰਗਰ ਚੱਲਦਾ ਸੀ ਉੱਥੇ ਨਾ ਹੀ ਤਾਂ ਉਹਨਾਂ ਨੇ ਟੈਂਡਰ ਦੇ ਵਿੱਚ ਕੋਈ ਹਿੱਸਾ ਲਿਆ ਸੀ ਥਾਂ ਲੈਣ ਦੇ ਲਈ, ਨਾ ਹੀ ਕਿਸੇ ਦੀ ਪਰਮਿਸ਼ਨ ਲਈ ਸੀ ਤੇ ਨਾ ਹੀ ਬਿਜਲੀ ਕਨੈਕਸ਼ਨ ਜਿਹੜਾ ਉਹ ਲਿਆ ਸੀ। ਕਹਿੰਦੇ ਇਸ ਦੀ ਆੜ ਵਿੱਚ ਪ੍ਰਸ਼ਾਸਨ ਨੇ ਪੁਲਿਸ ਨੂੰ ਬੁਲਾਇਆ ਅਤੇ ਲੰਗਰ ਦਾ ਸਾਰਾ ਸਮਾਨ ਚੁੱਕ ਕੇ ਬਾਹਰ ਸੁੱਟ ਦਿੱਤਾ ਤੇ ਉਹ ਲੰਗਰ ਦਾ ਸਮਾਨ ਬਾਹਰ ਸੁੱਟਣ ਦੀ ਜਿਹੜੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਦੀ ਸਖਤ ਆਲੋਚਨਾ ਕਰ ਰਹੇ ਨੇ। ਕਾਂਗਰਸ ਵਿਧਾਇਕ ਵਿਕਰਮਾਦਿੱਤਿਆ ਸਿੰਘ ਤੋਂ ਲੈ ਕੇ ਕਈ ਹੋਰ ਜਿਹੜੇ ਵੱਡੇ ਲੋਕ ਨੇ ਉਹ ਬੌਬੀ ਦੇ ਹੱਕ ਵਿੱਚ ਆਏ ਨੇ ਤੇ ਇਸ ਵਕਤ ਸਰਬਜੀਤ ਸਿੰਘ ਹਸਪਤਾਲ ਦੇ ਵਿੱਚ ਦਾਖਲ ਨੇ, ਸਦਮੇ ਵਿੱਚ ਨੇ। ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਤੰਬਰ ਪ੍ਰੀਖਿਆ 13 ਸਤੰਬਰ ਤੋਂ ਸ਼ੁਰੂ ਹੋ ਜਾਏਗੀ। ਵਿਭਾਗੀ ਹਦਾਇਤਾਂ ਦੇ ਮੁਤਾਬਿਕ ਇਹ ਪ੍ਰੀਖਿਆ ਆਫਲਾਈਨ ਤਰੀਕੇ ਦੇ ਨਾਲ ਸਕੂਲਾਂ ਦੇ ਵਿੱਚ ਕਰਵਾਈ ਜਾਏਗੀ। ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਹਰ ਕਮਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਬਾਰੇ ਜਾਣਕਾਰੀ ਦਿੱਤੀ ਹੈ ਕਿ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਆਂ ਸਾਲਾਨਾ ਪ੍ਰੀਖਿਆਵਾਂ ਤੇ ਨੈਸ਼ਨਲ ਅਚੀਵਮੈਂਟ ਸਰਵੇਖਣ ਪ੍ਰੀਖਿਆ ਲਈ ਤਿਆਰ ਕਰਨ ਹਿੱਤ ਕਰਵਾਈ ਜਾ ਰਹੀ ਹੈ। ਪ੍ਰੀਖਿਆ ਸ਼ਿਫਟਾਂ ਦੇ ਵਿੱਚ ਲਈ ਜਾਏਗੀ। 8ਵੀਂ 10ਵੀਂ ਤੇ 12ਵੀਂ ਜਮਾਤ ਦੇ ਪੇਪਰ
9 ਵਜੇ ਸ਼ੁਰੂ ਹੋਣਗੇ। 6ਵੀਂ 7ਵੀਂ 9ਵੀਂ ਤੇ 11ਵੀਂ ਜਮਾਤਾਂ ਦੀ ਜਿਹੜੀ ਪ੍ਰੀਖਿਆ ਹੈ ਉਹ ਸ਼ਾਮ ਦੇ ਸੈਸ਼ਨ ਵਿੱਚ ਹੋਏਗੀ, ਦੁਪਹਿਰੇ 12 ਵਜੇ ਸ਼ੁਰੂ ਹੋਏਗੀ। ਆਮਦਨ ਕਰ ਵਿਭਾਗ ਦੇ ਸਰਵੇ ਤੇ ਨਿਊਜ਼ ਲਾਂਡਰੀ ਵੈਬਸਾਈਟ ਨੇ ਕਿਹਾ ਹੈ ਕਿ ਸਾਡੇ ਕੋਲ ਲੁਕਾਉਣ ਦੇ ਲਈ ਕੁਝ ਵੀ ਨਹੀਂ ਹੈ। ਨਿਊਜ਼ ਲਾਂਡਰੀ ਅਤੇ ਨਿਊਜ਼ ਕਲਿੱਕ ਜਿਹੜੇ ਵੈਬ ਪੋਰਟਲ ਨੇ ਉਹਨਾਂ ਤੇ IT ਡਿਪਾਰਟਮੈਂਟ ਨੇ ਇੱਕ ਦਿਨ ਪਹਿਲਾਂ ਛਾਪੇਮਾਰੀ ਕੀਤੀ, ਅਚਾਨਕ ਛਾਪੇਮਾਰੀ ਕੀਤੀ, ਜਿਸ ਤੋਂ ਬਾਅਦ ਨਿਊਜ਼ ਲਾਂਡਰੀ ਨੇ ਕਿਹਾ ਕਿ ਅਸੀਂ ਸਾਰਾ ਕੁਝ ਇਮਾਨਦਾਰੀ ਨਾਲ ਕੀਤਾ ਹੈ, ਅਸੀਂ ਦਫ਼ਤਰ ਦਾ ਸਰਵੇ ਕਰਨ ਆਈ ਆਮਦਨ ਕਰ ਵਿਭਾਗ ਦੀ ਟੀਮ ਦਾ ਸਹਿਯੋਗ ਵੀ ਕਰਾਂਗੇ। ਸੰਸਥਾ ਦੇ ਸਹਿ ਸੰਸਥਾਪਕ ਅਭਿਨੰਦਨ ਸ਼ੇਖਰੀ ਨੇ ਟਵੀਟ ਕੀਤਾ ਹੈ ਕਿ ਸਾਡੇ ਕੋਲ ਲੁਕਾਉਣ ਦੇ ਲਈ ਕੁਝ ਵੀ ਨਹੀਂ ਹੈ, ਅਸੀਂ ਸਭ ਕੁਝ ਕਾਨੂੰਨ ਦੇ ਮੁਤਾबिक ਕੀਤਾ ਹੈ, ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ, ਅਸੀਂ ਆਪਣਾ ਜਿਹੜਾ ਕਾਰੋਬਾਰ ਹੈ ਇਮਾਨਦਾਰੀ ਨਾਲ ਕਰਦੇ ਹਾਂ। ਨਿਊਜ਼ ਲਾਂਡਰੀ ਨੇ ਆਪਣੀ ਵੈਬਸਾਈਟ ਤੇ ਵੀ ਸੇਖਰੀ ਦੇ ਹਵਾਲੇ ਦੇ ਨਾਲ ਆਪਣਾ ਪੱਖ ਹੈ ਜਿਹੜਾ ਉਹ ਲਿਖਿਆ ਹੈ। ਦਰਅਸਲ IT ਡਿਪਾਰਟਮੈਂਟ ਨੇ ਨਿਊਜ਼ ਕਲਿੱਕ ਜਿਹੜੀ ਵੈਬਸਾਈਟ ਹੈ ਉਹਦੇ ਨਾਲ ਨਿਊਜ਼ ਲਾਂਡਰੀ ਤੇ ਛਾਪਾ ਮਾਰਿਆ। ਹੁਣ ਇੱਕ ਚੰਗੀ ਖਬਰ ਤੁਹਾਨੂੰ ਦੱਸਦੇ ਹਾਂ ਜਿਸ ਨੂੰ ਸੁਣ ਕੇ ਤੁਹਾਡਾ ਜਿਹੜਾ ਦਿਲ ਹੈ ਉਹ ਵੀ ਜ਼ਰੂਰ ਖੁਸ਼ ਹੋਏਗਾ। ਟੋਕੀਓ 올림픽ਸ ਦੇ ਵਿੱਚ ਸੋਨਾ ਜਿੱਤਿਆ ਨੀਰਜ ਚੋਪੜਾ ਨੇ। ਨੇਜੇਬਾਜ਼ੀ ਦੇ ਵਿੱਚ ਤੁਹਾਨੂੰ ਸਭ ਨੂੰ ਯਾਦ ਹੋਣਾ ਤੇ ਨੀਰਜ ਚੋਪੜਾ ਦਾ ਸੁਪਨਾ ਜਿਹੜਾ ਉਹ ਸੋਨ ਤਗਮਾ ਜਿੱਤ ਕੇ ਪੂਰਾ ਨਹੀਂ ਹੋਇਆ ਸੀ, ਬਲਕਿ ਹੁਣ ਪੂਰਾ ਹੋਇਆ ਜਦੋਂ ਨੀਰਜ ਚੋਪੜਾ ਨੇ ਆਪਣੇ ਮਾਪਿਆਂ ਨੂੰ ਪਹਿਲੀ ਵਾਰੀ ਜਹਾਜ਼ ਦੀ ਸੈਰ ਕਰਵਾਈ। 23 ਸਾਲਾ ਚੋਪੜਾ ਨੇ ਆਪਣੇ ਮਾਪਿਆਂ ਨੂੰ ਹਵਾਈ ਜਹਾਜ਼ ਦੀ ਸੈਰ ਕਰਵਾਈ, ਜਿਸ ਤੋਂ ਬਾਅਦ ਚੋਪੜਾ ਨੇ ਉਹ ਤਸਵੀਰ ਵੀ ਸਾਂਝੀ ਕੀਤੀ ਤੇ ਬਹੁਤ ਖੁਸ਼ ਨਜ਼ਰ ਆ ਰਹੇ ਸੀ ਤਿੰਨੇ ਪਿਓ ਪੁੱਤ ਤੇ ਮਾਂ। ਨੀਰਜ ਨੇ ਲਿਖਿਆ ਕਿ ਮੇਰਾ ਸੁਪਨਾ ਅੱਜ ਪੂਰਾ ਹੋਇਆ ਜਦੋਂ ਮੈਂ ਆਪਣੇ ਮਾਪਿਆਂ ਨੂੰ ਪਹਿਲੀ ਵਾਰੀ ਹਵਾਈ ਜਹਾਜ਼ ਵਿੱਚ ਬਿਠਾ ਸਕਿਆ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਤੇ ਆਸ਼ੀਰਵਾਦ ਲਈ ਮੈਂ ਹਮੇਸ਼ਾ ਰਿਣੀ ਰਹਾਂਗਾ। ਸੋ ਹੋ ਸਕਦਾ ਹੈ ਨੀਰਜ ਚੋਪੜਾ ਨੇ ਸੋਚਿਆ ਹੋਵੇ ਕਿ ਜਦੋਂ ਵੀ ਕੋਈ ਵੀ ਜਿਹੜਾ ਹੈਗਾ ਉਹਨੂੰ ਪ੍ਰਾਪਤੀ ਹੋਏਗੀ ਤੇ ਉਸ ਤੋਂ ਬਾਅਦ ਆਪਣੇ ਮਾਪਿਆਂ ਨੂੰ ਜਹਾਜ਼ ਦੀ ਸੈਰ ਕਰਵਾਏਗਾ। ਸੋ ਇਹੋ ਜਿਹੇ ਸੁਪਨੇ ਨੇ ਜਿਹੜੇ ਮਾਪਿਆਂ ਦੇ ਆਪਣੇ ਬੱਚਿਆਂ ਲਈ ਵੀ ਹੁੰਦੇ ਨੇ ਤੇ ਬੱਚਿਆਂ ਦੇ ਆਪਣੇ ਮਾਪਿਆਂ ਲਈ ਵੀ ਹੁੰਦੇ ਨੇ, ਔਰ ਸੁਪਨੇ ਵੱਖਰੀ ਵੱਖਰੀ ਤਰ੍ਹਾਂ ਦੇ ਹੁੰਦੇ ਨੇ। ਜਦੋਂ ਪੂਰੇ ਹੁੰਦੇ ਨੇ ਤਾਂ ਖੁਸ਼ੀ ਸਭ ਨੂੰ ਹੁੰਦੀ ਹੈ। ਤੇ ਇਸ ਦੇ ਨਾਲ ਹੀ ਹੁਣ ਇੱਕ ਦੁੱਖ ਭਰੀ ਖਬਰ ਵੀ ਹੈ। ਅਜਿਹੀਆਂ ਖਬਰਾਂ ਹਮੇਸ਼ਾ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਮੁੰਬਈ ਤੋਂ ਖਬਰ ਹੈ ਜਿੱਥੇ ਉਪਨਗਰ ਸਾਕੀ ਨਾਕਾ ਦੇ ਵਿੱਚ ਬਲਾਤਕਾਰ ਦੀ ਜਿਹੜੀ ਦਰਿੰਦਗੀ ਦਾ ਸ਼ਿਕਾਰ ਹੋਈ ਔਰਤ ਨੇ ਆਪਣਾ ਦਮ ਤੋੜ ਦਿੱਤਾ ਹੈ। ਸਿਰਫ ਬਲਾਤਕਾਰ ਹੀ ਨਹੀਂ, ਬਲਾਤਕਾਰ ਤੋਂ ਬਾਅਦ ਵੈਸ਼ੀਪੁਣਾ ਵੀ ਦਿਖਾਇਆ ਦਰਿੰਦਿਆਂ ਨੇ। ਗੁਪਤ ਅੰਗਾਂ ਦੇ ਵਿੱਚ ਲੋਹੇ ਦੇ ਰਾੜ ਪਾਏ ਗਏ ਸੀ। ਜ਼ਖਮੀ ਹੋਈ 34 ਸਾਲਾ ਨੌਜਵਾਨ ਲੜਕੀ ਦੀ ਜਿਹੜੀ ਸ਼ਨੀਵਾਰ ਸਵੇਰੇ ਮੁੰਬਈ ਦੇ ਹਸਪਤਾਲ ਦੇ ਵਿੱਚ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਔਰਤ ਦੇ ਸਰੀਰ 'ਚੋਂ ਬਹੁਤ ਸਾਰਾ ਖੂਨ ਵਹਿ ਚੁੱਕਿਆ ਸੀ, ਜਿਸ ਕਰਕੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਅੱਜ 9/11 ਯਾਨੀ ਕਿ 11 ਸਤੰਬਰ ਹੈ। ਅੱਜ ਦਾ ਦਿਨ ਉਹ ਦਿਨ ਹੈ ਜਦੋਂ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਮੁਲਕ ਅਮਰੀਕਾ ਦੇ ਉੱਤੇ ਹੋਏ ਅੱਤਵਾਦੀ ਹਮਲਿਆਂ ਨੇ ਅਮਰੀਕਾ ਨੂੰ ਐਸਾ ਜ਼ਖਮ ਦਿੱਤਾ ਸੀ ਜਿਸ ਨੂੰ ਸ਼ਾਇਦ ਅਮਰੀਕਾ ਰਹਿੰਦੀ ਦੁਨੀਆ ਤੱਕ ਭੁਲਾ ਨਹੀਂ ਸਕੂਗਾ। 11 ਸਤੰਬਰ 2001 ਨੂੰ ਅੱਤਵਾਦੀਆਂ ਨੇ ਯਾਤਰੀ ਜਹਾਜ਼ਾਂ ਨੂੰ ਮਿਜ਼ਾਈਲਾਂ ਦੇ ਵਜੋਂ ਵਰਤਦੇ ਹੋਏ ਅਮਰੀਕਾ ਦੇ ਵਿਸ਼ਵ ਪ੍ਰਸਿੱਧ ਵਰਲਡ ਟ੍ਰੇਡ ਟਾਵਰ ਅਤੇ ਪੈਂਟਾਗਨ ਨੂੰ ਨਿਸ਼ਾਨਾ ਬਣਾਇਆ ਸੀ। ਇਸ ਨੂੰ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਮੰਨਿਆ ਜਾਂਦਾ ਹੈ। ਇਸ ਹਮਲੇ ਦੇ ਵਿੱਚ 2977 ਯਾਨੀ ਕਿ ਕਰੀਬ 3000 ਲੋਕ ਮਾਰੇ ਗਏ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅੱਜ ਇਹਨਾਂ ਹਮਲਿਆਂ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਦੇਸ਼ ਨੂੰ ਇਕਜੁੱਟ ਹੋ ਕੇ ਅੱਗੇ ਵਧਣ ਦਾ ਸੱਦਾ ਦਿੱਤਾ। ਬਾਈਡਨ ਨੇ ਕਿਹਾ ਕਿ ਚਾਹੇ ਕਿੰਨੇ ਵੀ ਸਾਲ ਕਿਉਂ ਨਾ ਬੀਤ ਗਏ ਹੋਣ, ਪਰ ਇਹ ਮੌਕਾ ਬਹੁਤ ਹੀ ਕਸ਼ਟ ਲੈ ਕੇ ਆਉਂਦਾ ਹੈ, ਬਹੁਤ ਹੀ ਦੁੱਖ ਲੈ ਕੇ ਆਉਂਦਾ ਹੈ। ਉਹ ਸਾਰੀਆਂ ਯਾਦਾਂ ਨੂੰ ਵਾਪਸ ਲੈ ਕੇ ਆਉਂਦਾ ਤੇ ਇੰਜ ਲੱਗਦਾ ਜਿਵੇਂ ਤੁਹਾਨੂੰ ਹੁਣੇ-ਹੁਣੇ ਉਸ ਹਮਲੇ ਦੀ ਖਬਰ ਮਿਲੀ ਹੋਵੇ। ਤੇ ਅੱਤਵਾਦੀ ਹਮਲਾ ਕਿਵੇਂ ਹੋਇਆ ਸੀ, ਕੀ ਸੀ ਉਹ ਦੁਖਾਂਤ, ਉਹ ਅਸੀਂ ਤੁਹਾਨੂੰ ਥੋੜਾ ਦੱਸ ਦਿੰਨੇ ਆ। ਅਜਿਹਾ ਅੱਤਵਾਦੀ ਹਮਲਾ ਸੀ ਜਦੋਂ ਟਾਵਰ ਨੇ ਜਿਹੜੇ ਉਹ 100 ਦਿਨ ਤੱਕ ਅੱਗ ਵਿੱਚ ਧੁਖਦੇ ਰਹੇ ਸੀ। ਸਾਲ 2001 ਦੇ ਸਤੰਬਰ ਮਹੀਨੇ ਦੀ 11 ਤਰੀਕ ਨੂੰ ਯਾਨੀ ਕਿ ਅੱਜ ਦੇ ਦਿਨ 2 ਬੋਇੰਗ 767 ਯਾਤਰੀ ਜਹਾਜ਼ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਖੜੀਆਂ 2 ਇਮਾਰਤਾਂ ਟਵਿਨ ਟਾਵਰਸ ਦੇ ਨਾਲ ਜਾ ਕੇ ਟਕਰਾਏ ਸੀ। ਹਮਲੇ ਦੇ ਵਿੱਚ ਵਰਲਡ ਟ੍ਰੇਡ ਸੈਂਟਰ ਦੇ 2 ਟਾਵਰ ਢਹਿ ਗਏ ਸੀ ਤੇ ਇਸ ਹਮਲੇ ਦੇ ਵਿੱਚ ਕਰੀਬ 3000 ਲੋਕਾਂ ਦੀ ਮੌਤ ਹੋ ਗਈ ਸੀ। ਹਮਲੇ ਦੇ ਲਈ ਇਸਲਾਮਿਕ ਜਥੇਬੰਦੀ ਅਲ-ਕਾਇਦਾ ਤੇ ਦੋਸ਼ ਲੱਗੇ ਸੀ। ਇਹਨਾਂ ਹਮਲਿਆਂ ਨੂੰ ਨਾ ਸਿਰਫ ਅਮਰੀਕਾ ਸਗੋਂ ਦੁਨੀਆ ਭਰ ਦੇ ਵਿੱਚ ਇਸ ਨੂੰ ਸਦੀ ਦੇ ਸਭ ਤੋਂ ਖੌਫਨਾਕ ਦਹਿਸ਼ਤਗਰਦ ਹਮਲਿਆਂ ਦੇ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਪਹਿਲਾ ਹਮਲਾ ਉੱਤਰੀ ਟਾਵਰ ਦੇ ਪੂਰਬੀ ਸਮੇਂ ਮੁਤਾਬਿਕ ਸਵੇਰੇ 8 ਵਜੇ ਅਤੇ ਦੂਸਰਾ ਹਮਲਾ ਜਿਹੜਾ ਹੈਗਾ ਦੱਖਣੀ ਟਾਵਰ ਦੇ ਉੱਤੇ 9:03 ਤੇ ਹੋਇਆ, ਯਾਨੀ ਕਿ 2 ਜਹਾਜ਼ ਨੇ ਜਿਹੜੇ ਦੋਵਾਂ ਟਾਵਰਾਂ ਦੇ ਨਾਲ ਟਕਰਾਏ।
ਉੱਤਰੀ ਟਾਵਰ 102 ਮਿੰਟਾਂ ਤੱਕ ਸੜਦਾ ਰਿਹਾ, ਮੱਚਦਾ ਰਿਹਾ, ਅੱਗ ਦੇ ਵਿੱਚ ਜਲਦਾ ਰਿਹਾ ਤੇ ਆਖਿਰ 10:28 ਤੇ ਮਹਿਜ਼ 11 ਸਕਿੰਟਾਂ ਦੇ ਵਿੱਚ ਮਲਬੇ ਦਾ ਢੇਰ ਬਣ ਗਿਆ ਸੀ। ਪੂਰਬੀ ਟਾਵਰ 56 ਮਿੰਟ ਤੱਕ ਸੜਦਾ ਰਿਹਾ ਤੇ 9:49 ਤੇ ਮਹਿਜ਼ 9 ਸਕਿੰਟਾਂ ਦੇ ਵਿੱਚ ਇਹ ਵੀ ਮਿੱਟੀ ਦਾ ਢੇਰ ਬਣ ਗਿਆ ਸੀ। ਇਮਾਰਤ ਡਿੱਗਣ ਦੇ ਖੜਕੇ ਤੋਂ ਬਾਅਦ ਕੁਝ ਪਲਾਂ ਦੇ ਵਿੱਚ ਹੀ ਸਾਰਾ ਕੁਝ ਰਾਤ ਦੇ ਨਾਲੋਂ ਵੀ ਕਾਲਾ ਸਿਆਹ ਹੋ ਗਿਆ ਸੀ, ਚੁੱਪ ਛਾ ਗਈ ਸੀ। ਟਾਵਰਾਂ ਦੇ ਢਹਿਣ ਦੇ ਕਾਰਨਾਂ ਦੀ ਪੜਤਾਲ ਲਈ ਅਮਰੀਕੀ ਸਰਕਾਰ ਨੇ NIST ਯਾਨੀ ਕਿ ਨੈਸ਼ਨਲ ਇੰਸਟੀਚਿਊਟ ਆਫ ਐਂਡ ਟੈਕਨੋਲੋਜੀ ਨੂੰ ਜ਼ਿੰਮੇਵਾਰੀ ਦਿੱਤੀ। ਸੰਸਥਾ ਨੇ ਆਪਣੀ ਰਿਪੋਰਟ 2008 ਦੇ ਵਿੱਚ ਜਨਤਕ ਕੀਤੀ। 7 ਸਾਲਾਂ ਤੋਂ ਬਾਅਦ ਮੈਸਾਚਿਊਸਟ ਅਤੇ ਟੈਕਨੋਲੋਜੀ ਇੰਸਟੀਚਿਊਟ ਦੋਵਾਂ ਨੇ ਆਪਣੀਆਂ ਰਿਪੋਰਟਾਂ ਵਿੱਚ ਕਿਹਾ ਕਿ ਟਾਵਰ ਡਿੱਗਣ ਦੇ 2 ਮੁੱਖ ਕਾਰਨ ਸਨ। ਜਹਾਜ਼ ਟਕਰਾਉਣ ਕਾਰਨ ਟਾਵਰਾਂ ਦੇ ਢਾਂਚੇ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ। ਟਾਵਰਾਂ ਦੀਆਂ ਕਈ ਮੰਜ਼ਲਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਘਟਨਾਵਾਂ ਵਾਪਰੀਆਂ। NIST ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਅਜਿਹੇ ਸਰਕਾਰੀ ਦਸਤਾਵੇਜ਼ ਮੌਜੂਦ ਨੇ ਜਿਨ੍ਹਾਂ ਮੁਤਾਬਿਕ ਟਾਵਰਾਂ ਨੂੰ ਬੋਇੰਗ 707 ਜਹਾਜ਼ ਦੀ ਟੱਕਰ ਸਹਿ ਸਕਣ ਦੇ ਲਈ ਡਿਜ਼ਾਈਨ ਕੀਤਾ ਗਿਆ ਸੀ। ਬੋਇੰਗ 707 ਸਭ ਤੋਂ ਵੱਡਾ ਯਾਤਰੀ ਜਹਾਜ਼ ਹੁੰਦਾ ਹੈ। ਇਹ ਤੁਹਾਡੀ ਜਾਣਕਾਰੀ ਲਈ ਦੱਸ ਰਹੇ ਹਾਂ। ਹਾਲਾਂਕਿ NIST ਦੇ ਜਾਂਚ ਕਰਨ ਵਾਲਿਆਂ ਨੇ ਕਿਹਾ ਸੀ ਕਿ ਉਹਨਾਂ ਨੂੰ ਇਸ ਨਤੀਜੇ ਤੇ ਪਹੁੰਚਣ ਵਿੱਚ ਕੋਈ ਕਸੌਟੀ ਜਾਂ ਵਰਤੀਆਂ ਗਈਆਂ ਵਿਧੀਆਂ ਦੇ ਕੋਈ ਸਬੂਤ ਨੇ ਜਿਹੜੇ ਉਹ ਨਹੀਂ ਮਿਲੇ। ਪਰ ਇਸ ਰਿਪੋਰਟ ਦੇ ਵਿੱਚ ਇਹ ਜ਼ਰੂਰ ਸਾਫ਼ ਹੋ ਗਿਆ ਸੀ ਕਿ ਟਾਵਰ ਨੇ ਜਿਹੜੇ ਉਹ ਟੱਕਰ ਦੇ ਸਦਮੇ ਅਤੇ ਬਾਅਦ ਵਿੱਚ ਲੱਗੀਆਂ ਅੱਗਾਂ ਦੇ ਕਾਰਨ ਡਿੱਗੇ ਸਨ। ਜਹਾਜ਼ ਦੇ ਟਕਰਾਉਣ ਤੋਂ ਬਾਅਦ ਜਿਹੜੀਆਂ ਇੱਕ ਤੋਂ ਬਾਅਦ ਇੱਕ ਅੱਗਾਂ ਲੱਗਦੀਆਂ ਗਈਆਂ, ਉਸ ਕਾਰਨ ਟਾਵਰ ਪੂਰੀ ਤਰ੍ਹਾਂ ਦੇ ਨਾਲ ਢਹਿ ਢੇਰੀ ਹੋਏ ਸੀ। ਟਾਵਰਾਂ ਦਾ ਨਿਰਮਾਣ 1960 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਤੇ ਡਿਜ਼ਾਈਨ ਵੀ ਉਸੇ ਸਮੇਂ ਮੁਤਾਬਿਕ ਬਣਿਆ ਹੋਇਆ ਸੀ। ਹਰੇਕ ਟਾਵਰ ਵਿੱਚ ਇੱਕ ਸਟੀਲ ਦੀ ਸੁਰੰਗ ਸੀ ਜਿਹਦੇ ਵਿੱਚੋਂ ਲਿਫਟਾਂ ਤੇ ਪੌੜੀਆਂ ਲੰਘਦੀਆਂ ਸੀ। ਦੋਵਾਂ ਟਾਵਰਾਂ ਦੇ ਵਿੱਚ ਬੋਇੰਗ 767 ਦੇ ਵੱਖ-ਵੱਖ ਮਾਡਲ ਟਕਰਾਏ ਸੀ, ਯਾਨੀ ਕਿ ਵੱਖ-ਵੱਖ ਮਾਡਲਾਂ ਦੇ ਜਹਾਜ਼ ਟਕਰਾਏ ਸੀ ਜਿਹੜੇ ਕਿ ਬੋਇੰਗ 707 ਤੋਂ ਵੀ ਵੱਡੇ ਹੁੰਦੇ ਨੇ। NIST ਦੀ ਰਿਪੋਰਟ ਦੇ ਮੁਤਾਬਿਕ ਟੱਕਰ ਕਾਰਨ ਥੰਮਲਿਆਂ ਨੂੰ ਬਹੁਤ ਨੁਕਸਾਨ ਪਹੁੰਚਿਆ ਸੀ। ਸਟੀਲ ਦੇ ਬੀਮਾਂ ਅਤੇ ਥੰਮਲਿਆਂ ਦੇ ਦੁਆਲੇ ਕੀਤੀ ਗਈ ਅੱਗ ਰੋਧੀ ਪਰਤ ਵੀ ਉਤਰ ਗਈ ਸੀ। ਇੰਨਾ ਜ਼ਿਆਦਾ ਖਤਰਨਾਕ ਹਮਲਾ ਸੀ। ਢਾਂਚੇ ਨੂੰ ਪਹੁੰਚੇ ਨੁਕਸਾਨ ਦੇ ਨਾਲ ਲਾਟਾਂ ਹੋਰ ਤੇਜ਼ ਹੋ ਗਈਆਂ ਸੀ। ਇਹਨਾਂ ਲਾਟਾਂ ਨੇ ਇਮਾਰਤਾਂ ਨੂੰ ਹੋਰ ਨੁਕਸਾਨ ਪਹੁੰਚਾਇਆ। ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ ਤਾਂ ਨਿਊਯਾਰਕ ਦਾ ਤਾਪਮਾਨ 1000 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਤੁਸੀਂ ਸੋਚ ਸਕਦੇ ਹੋ 1000 ਡਿਗਰੀ ਸੈਲਸੀਅਸ ਕਿੰਨੀ ਜ਼ਿਆਦਾ ਅੱਗ ਹੋਏਗੀ। ਇੱਥੇ ਜਦੋਂ ਆਪਾਂ ਗਰਮੀ ਦਾ ਮੌਸਮ ਹੁੰਦਾ ਤਾਂ 35 ਡਿਗਰੀ ਸੈਲਸੀਅਸ ਵੀ ਬਹੁਤ ਗਰਮੀ, ਤੇ ਜੇ 50 ਹੋ ਜੇ ਤਾਂ ਲੋਕ ਮਰਨੇ ਸ਼ੁਰੂ ਹੋ ਜਾਂਦੇ ਨੇ, ਤੇ ਉੱਥੇ 1000 ਡਿਗਰੀ ਸੈਲਸੀਅਸ ਹੋ ਗਿਆ ਸੀ। ਇੰਨੇ ਤਾਪਮਾਨ ਤੇ ਹੋਣ ਕਾਰਨ ਇਮਾਰਤ ਦੇ ਸ਼ੀਸ਼ੇ ਟੁੱਟ ਗਏ ਸੀ। ਹਵਾ ਟਾਵਰਾਂ ਦੇ ਅੰਦਰ ਦਾਖਲ ਹੋ ਗਈ ਸੀ ਤੇ ਅੱਗ ਤੇ ਹਵਾ ਦੇ ਮੇਲ ਨੇ ਕਹਿਰ ਵਰਾ ਦਿੱਤਾ ਸੀ। ਸਰਕਾਰੀ ਡੇਟਾ ਦੇ ਮੁਤਾਬਿਕ ਹਰ ਜਹਾਜ਼ ਦੇ ਵਿੱਚ ਲਗਭਗ 10,000 ਗੈਲਨ ਬਾਲਣ ਸੀਗਾ, ਯਾਨੀ ਕਿ 37,850 ਲੀਟਰ ਤੋਂ ਵੀ ਵੱਧ ਬਾਲਣ ਸੀ ਤੇ ਉਹ ਇੱਕ ਉੱਡਣੇ ਬੰਬ ਦੇ ਵਾਂਗ ਸੀ, ਜਿਵੇਂ ਤੁਸੀਂ ਹਵਾ ਦੇ ਵਿੱਚ ਬੰਬ ਦਾ ਗੋਲਾ ਸੁੱਟਿਆ ਹੋਵੇ। ਹਾਲਾਂਕਿ ਬਹੁਤ ਸਾਰਾ ਬਾਲਣ ਸੜ ਕੇ ਸੁਆਹ ਹੋ ਗਿਆ ਸੀ ਧਮਾਕੇ ਦੌਰਾਨ, ਪਰ ਬਹੁਤ ਸਾਰਾ ਟਾਵਰਾਂ ਦੀਆਂ ਮੰਜ਼ਲਾਂ ਦੇ ਵਿੱਚ ਵੀ ਚਲਾ ਗਿਆ ਸੀ, ਯਾਨੀ ਕਿ ਯਾਤਰੀ ਜਹਾਜ਼ਾਂ ਦੇ ਵਿੱਚ ਜਿਹੜਾ ਤੇਲ ਭਰ ਕੇ ਹਮਲਾ ਕੀਤਾ ਗਿਆ ਸੀ। ਤੇ ਇਹ ਜਿਹੜਾ ਬਾਲਣ ਜਿੱਥੋਂ ਵੀ ਲੰਘਿਆ, ਇਹ ਤੇਲ ਜਿੱਥੋਂ ਵੀ ਲੰਘਿਆ ਅੱਗ ਲਾਉਂਦਾ ਤੁਰਿਆ ਗਿਆ ਤੇ ਉਹ ਅੱਗ ਨੂੰ ਜਿਹੜੀ ਹਵਾ ਸੀ ਉਹ ਲਗਾਤਾਰ ਭੜਕਾਉਂਦੀ ਤੁਰੀ ਗਈ, ਕਿਉਂਕਿ ਟਾਵਰਾਂ ਦੇ ਸ਼ੀਸ਼ੇ ਟੁੱਟ ਗਏ ਸੀ ਬਹੁਤ ਜ਼ਿਆਦਾ ਤਾਪਮਾਨ ਹੋਣ ਕਰਕੇ। ਤੇ ਜਦੋਂ ਹਵਾ ਅੰਦਰ ਕ੍ਰਾਸ ਕਰ ਗਈ ਉਹਦੇ ਨਾਲ ਅੱਗ ਫੈਲਦੀ ਗਈ। NIST ਦੀ ਰਿਪੋਰਟ ਦੇ ਮੁਤਾਬਿਕ ਜਦੋਂ ਉੱਪਰਲੀਆਂ ਮੰਜ਼ਲਾਂ ਦਾ ਮਲਬਾ ਹੇਠਾਂ ਆਉਣ ਲੱਗਿਆ ਤਾਂ ਹੇਠਲੀਆਂ ਮੰਜ਼ਲਾਂ ਤੇ ਭਾਰ ਵਧਣ ਲੱਗਿਆ। ਝੂਲਦੇ ਟਾਵਰਾਂ ਨੇ ਬਹੁਤ ਜ਼ਿਆਦਾ ਹਵਾ ਆਪਣੇ ਅੰਦਰ ਖਿੱਚੀ ਤੇ ਜਦੋਂ ਟਾਵਰ ਡਿੱਗੇ ਤਾਂ ਚਾਰੇ ਪਾਸੇ ਹਨੇਰਾ ਛਾ ਗਿਆ ਸੀ। ਹਾਲਾਂਕਿ ਇਮਾਰਤਾਂ ਕੁਝ ਹੀ ਸਕਿੰਟਾਂ ਦੇ ਵਿੱਚ ਸੜ ਕੇ ਸੁਆਹ ਹੋ ਗਈਆਂ ਸੀ, ਸੁਆਹ ਦੀਆਂ ਢੇਰੀਆਂ ਬਣ ਗਈਆਂ ਸੀ, ਪਰ ਮਲਬੇ ਦੀ ਅੱਗ ਸੀ ਜਿਹੜੀ ਉਹ 100 ਦਿਨ ਤੱਕ ਵੀ ਸੜਦੀ ਰਹੀ ਸੀ, ਯਾਨੀ ਕਿ ਕਰੀਬ 3.5 ਮਹੀਨੇ ਤੱਕ ਉਸ ਜਿਹੜਾ ਹਮਲੇ ਦਾ ਕਹਿਰ ਸੀਗਾ ਉਹ ਵਰਦਾ ਰਿਹਾ, ਅੱਗ ਧੁਖਦੀ ਰਹੀ ਸੀ। ਪਰ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰ ਗਵਾਲੇ, ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰ ਗਵਾਲੇ, ਉਹਨਾਂ ਦੇ ਦਿਲਾਂ ਦੇ ਵਿੱਚ ਅੱਗ ਹੈ ਜਿਹੜੀ ਸ਼ਾਇਦ ਉਹ ਹਾਲੇ ਤੱਕ ਵੀ ਧੁਖਦੀ ਹੋਵੇਗੀ ਤੇ ਅਮਰੀਕਾ ਇਸ ਵੱਡੇ ਹਮਲੇ ਨੂੰ ਸ਼ਾਇਦ ਕਦੇ ਵੀ ਭੁਲਾ ਨਹੀਂ ਸਕੇਗਾ। ਦੁਨੀਆ ਭਰ ਦੀਆਂ ਖਬਰਾਂ ਦੇ ਵਿੱਚ ਕੁਝ ਅਹਿਮ ਅਪਡੇਟਸ ਅਫਗਾਨਿਸਤਾਨ ਤੋਂ ਤੁਹਾਨੂੰ ਦੱਸ ਦਿੰਦੇ ਹਾਂ। ਤਾਲਿਬਾਨ ਨੇ ਉੱਤਰੀ ਪੰਜਸ਼ੀਰ ਸੂਬੇ ਦੇ ਵਿੱਚ ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਦੇ ਭਰਾ ਤੇ ਉਸਦੇ ਡਰਾਈਵਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਸਾਲੇਹ ਦੇ ਭਤੀਜੇ ਨੇ ਦੱਸਿਆ ਕਿ ਉਸਦਾ ਚਾਚਾ ਰੋਹੁੱਲਾ ਅਜ਼ੀਜ਼ੀ ਵੀਰਵਾਰ ਨੂੰ ਕਾਰ ਤੇ ਕਿਤੇ ਜਾ ਰਹੇ ਸੀ ਜਦੋਂ ਤਾਲਿਬਾਨ ਨੇ ਉਹਨਾਂ ਨੂੰ ਨਾਕੇ ਤੇ ਰੋਕ ਲਿਆ ਤੇ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ। ਸਾਲੇਹ ਦੇ ਭਤੀਜੇ ਨੇ ਰਾਇਟਰਸ ਨੂੰ ਇੱਕ ਸੁਨੇਹਾ ਭੇਜ ਕੇ ਦੱਸਿਆ ਹੈ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤੇ ਸਾਨੂੰ ਉਹਨਾਂ ਦੀ ਮ੍ਰਿਤਕ ਦੇਹ ਦਫਨਾਉਣ ਨਹੀਂ ਦਿੱਤੀ ਜਾ ਰਹੀ। ਕਹਿੰਦੇ ਨੇ ਕਿ ਉਹਨਾਂ ਦੀ ਦੇਹ ਜਿੰਦਾ ਸੜਨੀ ਚਾਹੀਦੀ ਹੈ।
ਇੱਕ ਹੋਰ ਖਬਰ ਤਾਲਿਬਾਨ ਦੇ ਨਾਲ ਹੀ ਜੁੜੀ ਹੋਈ ਹੈ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਨੇ ਅਗਲੇ ਹਫ਼ਤੇ ਤੋਂ ਇਸਲਾਮਾਬਾਦ ਤੋਂ ਕਾਬੁਲ ਦੇ ਲਈ ਫਿਰ ਤੋਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। 에ਅਰਲਾਈਨਸ ਦੇ ਮੁਤਾਬਿਕ ਪਿਛਲੇ ਮਹੀਨੇ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਪਹਿਲੀ ਵਿਦੇਸ਼ੀ ਵਪਾਰ ਸੇਵਾ ਹੈ ਜੋ ਕਿ ਸ਼ੁਰੂ ਹੋਣ ਜਾ ਰਹੀ ਹੈ। ਪੰਜਸ਼ੀਰ ਜਿਹੜੇ ਸੂਬੇ ਤੇ ਤਾਲਿਬਾਨ ਬੜੀ ਸੌਖੇ ਤਰੀਕੇ ਦੇ ਨਾਲ ਕਬਜ਼ਾ ਨਹੀਂ ਕਰ ਸਕਿਆ ਕਿਉਂਕਿ ਉੱਥੇ ਤਾਲਿਬਾਨ ਵਿਰੋਧੀ ਵਿਦਰੋਹੀ ਹਾਲੇ ਵੀ ਐਕਟਿਵ ਨੇ ਤੇ ਪੰਜਸ਼ੀਰ ਤੋਂ ਕੁਝ ਨਿਵਾਸੀਆਂ ਨੇ BBC ਨੂੰ ਦੱਸਿਆ ਹੈ ਕਿ ਤਾਲਿਬਾਨ ਨੇ ਉਹਨਾਂ ਦੇ ਪਰਿਵਾਰਾਂ ਨੂੰ ਕਹਿ ਦਿੱਤਾ ਹੈ, ਤਾਲਿਬਾਨੀ ਹੁਕਮ ਸੁਣਾ ਦਿੱਤਾ ਹੈ ਕਿ ਉਹਨਾਂ ਨੂੰ ਪੰਜਸ਼ੀਰ ਦੇ ਵਿੱਚ ਆਪਣੇ ਘਰਾਂ ਨੂੰ ਛੱਡ ਕੇ ਸਭ ਕੁਝ ਛੱਡ ਕੇ ਕਾਬੁਲ ਦੇ ਵਿੱਚ ਜਾ ਕੇ ਵਸਣਾ ਹੋਵੇਗਾ। ਉਹਨਾਂ ਕਿਹਾ ਕਿ ਤਾਲਿਬਾਨ ਪੰਜਸ਼ੀਰ ਦੇ ਲੋਕਾਂ ਤੇ ਦਬਾਅ ਬਣਾ ਰਿਹਾ ਹੈ ਤੇ ਉਹਨਾਂ ਨੂੰ ਪੰਜਸ਼ੀਰ ਛੱਡਣ ਦੇ ਲਈ ਮਜਬੂਰ ਕਰ ਰਿਹਾ ਹੈ। ਸੋਸ਼ਲ ਮੀਡੀਆ ਤੇ ਲੋਕਾਂ ਦੇ ਸੂਬਾ ਛੱਡ ਕੇ ਜਾਣ ਦੇ ਕਈ ਵੀਡੀਓ ਵੀ ਵਾਇਰਲ ਹੋ ਰਹੇ ਨੇ। ਇੱਕ ਹੋਰ ਨਿਵਾਸੀ ਨੇ ਦੱਸਿਆ ਕਿ ਕਈ ਪਰਿਵਾਰ ਜਿਨ੍ਹਾਂ ਨੂੰ ਜ਼ਬਰਦਸਤੀ ਕਾਬੁਲ ਭੇਜਿਆ ਗਿਆ ਸੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਕਿਸੇ ਅਣਜਾਣ ਥਾਂ ਤੇ ਭੇਜ ਦਿੱਤਾ ਗਿਆ ਹੈ। ਵਿਦਰੋਹੀ ਧੜਾ ਜਿਹੜਾ ਨੈਸ਼ਨਲ ਰੈਜ਼ਿਸਟੈਂਸ ਫਰੰਟ ਦੇ ਵਿਦੇਸ਼ੀ ਸੰਬੰਧਾਂ ਦੇ ਇੰਚਾਰਜ ਅਲੀ ਨਿਜ਼ਾਰੀ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਲੋਕਾਂ ਨੂੰ ਪੰਜਸ਼ੀਰ ਵਿੱਚ ਉਹਨਾਂ ਦੇ ਘਰਾਂ ਚੋਂ ਕੱਢਿਆ ਗਿਆ ਹੈ। ਤਾਲਿਬਾਨ ਨਸਲਕੁਸ਼ੀ ਕਰ ਰਿਹਾ ਹੈ, ਦੁਨੀਆ ਦੇਖ ਰਹੀ ਹੈ ਪਰ ਦੁਨੀਆ ਤੇ ਕੋਈ ਅਸਰ ਨਹੀਂ ਹੋ ਰਿਹਾ। ਉਹਨਾਂ ਨੇ ਕੌਮਾਂਤਰੀ ਭਾਈਚਾਰੇ ਨੂੰ ਇਹਨਾਂ ਯੁੱਧ ਅਪਰਾਧਾਂ ਨੂੰ ਰੋਕਣ ਦੀ ਅਪੀਲ ਕੀਤੀ ਹੈ। ਤੇ ਪਿਛਲੇ ਦਿਨੀ ਕਾਬੁਲ ਦੇ ਹਵਾਈ ਅੱਡੇ ਤੇ ਜਦੋਂ ਇੱਕ ਵੱਡਾ ਹਮਲਾ ਹੋਇਆ ਸੀ ਤਾਂ ਉਸ ਦੇ ਵਿੱਚ 13 ਅਮਰੀਕੀ ਫੌਜੀ ਮਾਰੇ ਗਏ ਸੀ ਤੇ ਅਮਰੀਕੀ ਫੌਜੀਆਂ ਦੀ ਯਾਦ ਦੇ ਵਿੱਚ ਅਮਰੀਕਾ ਦੇ ਵਿੱਚ ਸਨਮਾਨ ਸਮਾਰੋਹ ਕੀਤਾ ਗਿਆ ਹੈ। 13 ਅਮਰੀਕੀ ਫੌਜੀਆਂ ਨੂੰ ਸ਼ਰਧਾਂਜਲੀ ਅਤੇ ਸਨਮਾਨ ਦੇਣ ਦੇ ਲਈ ਪਰਪਲ ਹਾਰਟਸ ਮੈਡਲ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਯਾਨੀ ਕਿ ਮਰਨ ਤੋਂ ਬਾਅਦ ਉਹਨਾਂ ਨੂੰ ਪੁਰਸਕਾਰ ਦਿੱਤਾ ਗਿਆ ਹੈ। ਇਹ ਮੈਡਲ ਅਮਰੀਕੀ ਸਰਵਿਸ ਮੈਂਬਰਾਂ ਨੂੰ ਜ਼ਖਮੀ ਜਾਂ ਮਾਰੇ ਜਾਣ ਦੀ ਸੂਰਤ ਵਿੱਚ ਸਨਮਾਨ ਵਜੋਂ ਦਿੱਤੇ ਜਾਂਦੇ ਨੇ। ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਅਫਗਾਨਿਸਤਾਨ ਦੀ ਤਾਲਿਬਾਨੀ ਸਰਕਾਰ ਨੂੰ ਔਰਤਾਂ ਦੇ ਅਧਿਕਾਰਾਂ ਦੇ ਮੁੱਦੇ ਤੇ ਸਲਾਹ ਦਿੱਤੀ ਹੈ। ਤੁਰਕੀ ਦੇ ਨਾਲ-ਨਾਲ ਮੈਕਸੀਕੋ, ਇੰਡੋਨੇਸ਼ੀਆ, ਦੱਖਣੀ ਕੋਰੀਆ, ਆਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਅਫਗਾਨਿਸਤਾਨ ਦੇ ਵਿੱਚ ਤੇਜ਼ੀ ਨਾਲ ਬਦਲਦੇ ਹੋਏ ਹਾਲਾਤਾਂ ਦੇ ਪ੍ਰਤੀ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ। ਇੱਕ ਸਾਂਝੇ ਬਿਆਨ ਦੇ ਵਿੱਚ ਇਹਨਾਂ ਸਾਰੇ ਮੁਲਕਾਂ ਨੇ ਤਾਲਿਬਾਨ ਨੂੰ ਕਿਹਾ ਕਿ ਅਫਗਾਨਿਸਤਾਨ ਦੀਆਂ ਔਰਤਾਂ ਦੀ ਹਰ ਖੇਤਰ ਦੇ ਵਿੱਚ ਭਾਗੀਦਾਰੀ ਅਤੇ ਉਹਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇੱਕ ਹੋਰ ਖਬਰ ਹੈ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਕਿ ਭਾਰਤ ਅਤੇ ਆਸਟ੍ਰੇਲੀਆ ਨੇ ਅੱਜ ਰੱਖਿਆ ਅਤੇ ਵਿਦੇਸ਼ ਮੰਤਰਾਲਿਆਂ ਦੇ ਪੱਧਰ ਤੇ ਉੱਚ ਪੱਧਰੀ ਗੱਲਬਾਤ ਸ਼ੁਰੂ ਕੀਤੀ ਹੈ। ਇਸ ਦਾ ਮਕਸਦ ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ ਚੀਨ ਦੇ ਵੱਧਦੇ ਫੌਜੀ ਦਬਾਅ ਦੇ ਮੱਦੇਨਜ਼ਰ ਦੋਵਾਂ ਮੁਲਕਾਂ ਦੇ ਵਿੱਚ ਸਾਰੇ ਰੱਖਿਆ ਅਤੇ ਰਣਨੀਤਿਕ ਸਹਿਯੋਗ ਨੂੰ ਹੋਰ ਵਧਾਉਣਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਰਮਵਾਰ ਆਪਣੇ ਆਸਟ੍ਰੇਲੀਆਈ ਹਮਰੁਤਬਾ ਮੈਰਿਸ ਪਾਇਨੇ ਅਤੇ ਪੀਟਰ ਡਟਨ ਦੇ ਨਾਲ 2+2 ਗੱਲਬਾਤ ਕੀਤੀ। ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।